है परसनैलिटी, इमोशंस एंड मोटिवेशन। सब तो पहले गल करते हैं परसनैलिटी की। परसनैलिटी की हैगी कोई भी इंडिविजुअल पर्सन किस तरह लाइफ ਦੇ ਵਿੱਚ ਰਿਐਕਟ ਕਰਦਾ ਹੈ ਜਾਂ ਫਿਰ ਅਦਰ ਪਰਸਨ ਦੇ ਨਾਲ ਕਿਦਾਂ ਇੰਟਰਸੈਕਟ ਕਰਦਾ ਹੈ। ਕੋਈ ਵੀ ਲਾਈਫ ਦੇ ਵਿੱਚ ਕੋਈ ਇਦਾਂ ਦੀ ਕੰਡੀਸ਼ਨਸ ਹੋਵੇ ਜਿੱਥੇ ਕਿਸੇ ਪਰਸਨ ਨੂੰ ਰਿਐਕਟ ਕਰਨ ਨੂੰ ਕਿਹਾ ਜਾਵੇ ਜਾਂ ਇੰਡੀਵਿਜੂਅਲ ਪਰਸਨਸ ਦੇ ਨਾਲ ਇੰਟਰਸੈਕਟ ਕਰਨਾ ਵੀ ਅਸੀਂ ਪਰਸਨੈਲਿਟੀ ਕਹਾਂਗੇ। ਪਰਸਨੈਲਿਟੀ ਦੇ ਡਿਟਰਮੀਨੈਂਟ ਸਭ ਤੋਂ ਪਹਿਲਾਂ ਕੀ ਹੈਗੇ ਨੇ? ਪਰਸਨੈਲਿਟੀ ਸਭ ਤੋਂ ਪਹਿਲਾਂ ਹੈਰੀਡਿਟੀ। ਹੈਰੀਡਿਟੀ ਹੁੰਦੀ ਹੈ ਕਿ ਹਰੇਕ ਬੰਦੇ ਦੇ ਆਪਣੇ ਫਿਜ਼ੀਕਲ ਫੀਚਰਸ, एग्जांपल है बॉडी मसल्स बनाने, नॉर्मल रहना या फिर अपने बॉडी ਲਈ ਕਿਦਾਂ ਦੀ ਕਲੋਥਿੰਗ ਵਗੈਰਾ ਯੂਜ਼ ਕਰਨੀ, ਇਹ ਅਸੀਂ ਹੈਰੀਡਿਟੀ ਲੈਵਲ 'ਤੇ ਰੱਖ ਸਕਦੇ ਹਾਂ। ਦੂਸਰਾ ਸਾਡੇ ਕੋਲ ਆਉਂਦਾ ਸੋਸ਼ਲਿਜ਼ਮ। ਸੋਸ਼ਲਾਈਜੇਸ਼ਨ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਪਰਸਨਸ ਆਪਣੀ ਪਰਸਨੈਲਿਟੀ ਦੇ ਟ੍ਰੇਟ ਆਪਣੇ ਫਾਦਰ ਮਦਰ ਬ੍ਰਦਰ ਸਿਸਟਰਸ ਜਾਂ ਫਿਰ ਆਪਣੀ ਫੈਮਿਲੀ ਸਿਬਲਿੰਗਸ ਜਿਨ੍ਹਾਂ ਪਰਸਨ ਤੋਂ ਕੁਛ ਨਾ ਕੁਛ ਸਿੱਖਦੇ ਚਲੇ ਜਾਂਦਾ ਉਹਨੂੰ ਅਸੀਂ ਸੋਸ਼ਲਾਈਜੇਸ਼ਨ ਦੇ ਵਿੱਚ ਲੈ ਸਕਦੇ ਹਾਂ। ਫਿਰ ਹੈਗਾ ਵਾਈ ਕੰਪਨੀ ਆਰ ਯੂਜ਼ਿੰਗ ਪਰਸਨੈਲਿਟੀ ਟ੍ਰੇਟ। ਕੰਪਨੀ ਪਰਸਨੈਲਿਟੀ ਟ੍ਰੇਟ ਨੂੰ ਕਿਉਂ ਯੂਜ਼ ਕਰਦੀਆਂ ਨੇ? ਸਭ ਤੋਂ ਪਹਿਲਾਂ ਤਾਂ ਡਿਸੀਜਨ ਮੇਕਿੰਗ। ਅਗਰ ਕੰਪਨੀ ਨੂੰ ਕਿਸੇ ਪਰਸਨ ਦੀ ਪਰਸਨੈਲਿਟੀ ਬਾਰੇ ਪਤਾ ਹੋਊਗਾ ਕਿ ਕਿਹੜਾ ਪਰਸਨ ਕਿਸ ਤਰ੍ਹਾਂ ਕਿਸੇ ਪਰਸਨ ਨਾਲ ਗੱਲਬਾਤ ਕਰਦਾ ਹੈ ਜਾਂ ਕਿਸ ਤਰ੍ਹਾਂ ਗਰੁੱਪ ਦੇ ਵਿੱਚ ਬਿਹੇਵ ਕਰਦਾ ਹੈ ਤਾਂ ਉਹ ਡਿਸੀਜਨ ਮੇਕਿੰਗ ਸੋਚਣ ਲਈ ਵੀ ਕਿਸ ਤਰ੍ਹਾਂ ਡਿਸੀਜਨ ਲੈ ਸਕਦੇ ਨੇ। ਕੈਰੀਅਰ ਡਿਵੈਲਪਮੈਂਟ, ਕਿਸ ਪਰਸਨ ਦੀ ਕਿਸ ਤਰ੍ਹਾਂ ਕੈਰੀਅਰ ਦੇ ਵਿੱਚ ਅੱਗੇ ਡਿਵੈਲਪਮੈਂਟ ਕਰਵਾਈ ਜਾ ਸਕਦੀ, ਮੀਨਸ ਕੈਰੀਅਰ ਦਾ ਗੋਲ ਕਿਸ ਤਰ੍ਹਾਂ ਕਿਸ ਪਰਸਨ ਨੇ ਸੈਟਅਪ ਕੀਤੇ ਹੋਣੇ। ਟੀਮ ਬਿਲਡਿੰਗ, ਆਲੂ ਕੰਪਨੀ ਦੇ ਵਿੱਚ ਕੋਈ ਟੀਮ ਬਿਲਡਿੰਗ ਕਰਨੀ ਹੋਵੇ ਤਾਂ ਬੰਦੇ ਦੀ ਪਰਸਨੈਲਿਟੀ ਬਾਰੇ ਪਹਿਲਾਂ ਨੌਲੇਜ ਹੋਣੀ ਜ਼ਰੂਰੀ ਚਾਹੀਦੀ ਹੈ, ਕਿਉਂਕਿ ਸਾਰੇ ਪਰਸਨ ਟੀਮ ਦੇ ਵਿੱਚ ਸੁਪਰਵਾਈਜ਼ਰ ਦਾ ਕੰਮ ਨਹੀਂ ਕਰ ਸਕਦੇ, ਲੀਡਰ ਪਰਸਨ ਦਾ ਕੰਮ ਨਹੀਂ ਕਰ ਸਕਦੇ। ਉਹੀ ਪਰਸਨ ਇੱਕ ਟੀਮ ਦੇ ਵਿੱਚ ਬਣ ਸਕਦੇ ਜਿਨ੍ਹਾਂ ਕੋਲ ਖੁਦ ਦੇ ਉੱਪਰ ਸੈਲਫ ਕੰਟਰੋਲ ਹੋਊਗਾ, ਲੋਕਸ ਆਫ ਕੰਟਰੋਲ ਹੋਊਗਾ, ਮੀਨਸ ਆਪਣੇ ਆਪ ਨੂੰ ਸੈਲਫ ਮੋਨੀਟਰ ਕਰ ਸਕਦੇ ਜਿਹੜੇ ਪਰਸਨਸ, ਉਹੀ ਪਰਸਨੈਲਿਟੀ ਬੇਸ ਤੇ ਟੀਮ ਬਿਲਡਿੰਗ ਵੀ ਆ ਸਕਦੀ ਹੈ। ਲੀਡਰਸ਼ਿਪ, ਅਗਰ ਕਿਸੇ ਪਰਸਨ ਨੂੰ ਲੀਡਰ ਕੰਪਨੀ ਦੇ ਵਿੱਚ ਬਣਾਉਣਾ ਹੈ ਤਾਂ ਪਰਸਨੈਲਿਟੀ ਚੈੱਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜਾ ਬੰਦਾ ਸੈਲਫ ਇਨਵੈਸਟਿੰਗ ਕਰ ਸਕਦਾ ਹੈ, ਮੀਨਸ ਆਪਣੇ ਲਈ ਖੁਦ ਅੰਦਾਜ਼ੇ ਲਗਾ ਸਕਦਾ ਹੈ, ਸੈਲਫ ਮੋਨੀਟਰਿੰਗ ਕਰ ਸਕਦਾ ਹੈ, ਉਹੀ ਪਰਸਨ ਜੋ ਹੈ ਲੀਡਰ ਦੇ ਵਿੱਚ ਆ ਸਕਦਾ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਪਰਸਨੈਲਿਟੀ ਟ੍ਰੇਟ ਰੈਲੇਵੈਂਟ ਟੂ ਦੀ ਆਰਗੇਨਾਈਜੇਸ਼ਨ ਬਿਹੇਵੀਅਰ। ਪਰਸਨੈਲਿਟੀ ਜਦੋਂ ਵੀ ਦੇਖਾਂਗੇ ਕੰਪਨੀ ਲੈਵਲ ਤੇ ਕੁਝ ਪੁਆਇੰਟਸ ਜ਼ਰੂਰ ਦੇਖਣੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਹੈਗਾ ਕੋਰ ਸੈਲਫ ਇਵੈਲੂਏਸ਼ਨ। ਕੋਈ ਬੰਦਾ ਅਗਰ ਸੈਲਫ ਦੀ ਇਵੈਲੂਏਸ਼ਨ ਖੁਦ ਤਰ੍ਹਾਂ ਕਰ ਸਕਦਾ ਹੈ ਤਾਂ ਆਪਣੇ ਆਪ ਨੂੰ ਆਪਣੀ ਪੋਜੀਸ਼ਨਸ ਨੈਗੇਟਿਵ ਪੋਜ਼ਿਟਿਵ ਸਭ ਜਦੋਂ ਕਲੀਅਰ ਹੋਣਗੇ ਤਾਂ ਪਰਸਨੈਲਿਟੀ ਪ੍ਰੋਪਰ ਤਰੀਕੇ ਕੰਪਨੀ ਡਿਫਾਈਨ ਹੋ ਸਕਦੀ ਹੈ। ਦੂਸਰਾ ਸੈਲਫ ਮੋਨੀਟਰਿੰਗ। ਸੈਲਫ ਮੋਨੀਟਰਿੰਗ ਹੋਊਗਾ ਕਿ ਕੁਝ ਇਦਾਂ ਦੀਆਂ ਕੰਡੀਸ਼ਨਸ ਜੋ ਕੰਪਨੀ ਦੇ ਕਈ ਵਾਰ ਪ੍ਰੋਬਲਮਸ ਆਉਂਦੀਆਂ ਨੇ ਤਾਂ ਆਪਣੇ ਆਪ ਨੂੰ ਕਿੱਦਾਂ ਮੋਨੀਟਰ ਕਰਦਾ, ਕਿਸ ਤਰ੍ਹਾਂ ਉਸ ਚੀਜ਼ ਨੂੰ ਹੈਂਡਲ ਕਰਦਾ ਹੈਗਾ। ਲੋਕਸ ਆਫ ਕੰਟਰੋਲ, ਆਪਣੇ ਆਪ ਦੇ ਉੱਪਰ ਬੰਦੇ ਦਾ ਕਿੰਨਾ ਕੰਟਰੋਲ ਹੈ। ਬਹੁਤ ਸਾਰੇ ਪਰਸਨ ਇਦਾਂ ਹੁੰਦੇ ਨੇ ਜਿਵੇਂ ਮੰਨ ਲਓ ਕੋਈ ਪ੍ਰੋਬਲਮਸ ਕ੍ਰੀਏਟ ਕਰਨ ਵਾਲੇ ਆ ਕੇ ਤਾਂ ਉੱਥੇ ਗੜਬੜ ਹੋਣੀ ਸਟਾਰਟ ਹੋ ਜਾਂਦੀ, ਤਾਂ ਲੋਕਸ ਆਫ ਕੰਟਰੋਲ ਵੀ ਜ਼ਰੂਰੀ ਹੈ। ਉਹੀ ਇਸ ਲਈ ਕੰਪਨੀ ਦੀ ਪਰਸਨੈਲਿਟੀ ਚੈੱਕ ਕਰਦੇ ਨੇ। ਫਿਰ ਹੈਗਾ ਪ੍ਰੋਐਕਟਿਵ ਪਰਸਨੈਲਿਟੀ। ਪ੍ਰੋਐਕਟਿਵ ਪਰਸਨੈਲਿਟੀ ਹੋਊਗੀ ਜਿਹੜਾ ਪਰਸਨਸ ਆਪਣੇ ਆਪ ਨੂੰ ਇਨੀਸ਼ੀਏਟਿਵ ਟੇਕ ਐਕਸ਼ਨਸ ਆਲਵੇਸ ਦਿਖਾਉਂਦਾ ਹੋਵੇ ਕਿ ਮੈਂ ਕੁਝ ਨਾ ਕੁਝ ਕਰਨ ਲਈ ਰੈਡੀ ਹਾਂ, ਕੁਝ ਨਵਾਂ ਕੋਈ ਆਊਗਾ ਤਾਂ ਪਹਿਲਾਂ ਉਹਦੇ ਵਿੱਚ ਹਿੱਸਾ ਲੈਣਾ। ਇਹ ਪਰਸਨੈਲਿਟੀਜ਼ ਵੀ ਚੈੱਕ ਕਰਨਾ ਕੰਪਨੀ ਦੇ ਵਿੱਚ ਜ਼ਰੂਰੀ ਹੈ। ਬਿਗ 5 ਮਾਡਲ ਆਫ ਪਰਸਨੈਲਿਟੀ। ਪਰਸਨੈਲਿਟੀ ਦੇ 5 ਮਾਡਲਸ ਨੇ। ਸਭ ਤੋਂ ਪਹਿਲਾਂ ਆਉਂਦਾ ਹੈਗਾ ਐਗਰੀਬਲਨੈਸ। ਐਗਰੀਬਲਨੈਸ ਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਕਿਸੇ ਪਰਸਨ ਨੂੰ ਕੋਈ ਓਪੀਨੀਅਨ ਬੇਸ ਤੇ ਰਿਐਕਸ਼ਨਸ ਕਿਸ ਤਰ੍ਹਾਂ ਕਰਦੇ ਹਾਂ। ਐਗਜ਼ਾਮਪਲ ਇਹਨਾਂ ਲਿਖਿਆ ਕਿ ਹਾਊ ਡੂ ਯੂ ਰਿਐਕਟ ਟੂ ਦੀ ਅਦਰਸ ਓਪੀਨੀਅਨ। ਕੋਈ ਪਰਸਨ ਨੇ ਓਪੀਨੀਅਨ ਦਿੱਤੀ, ਤੁਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹੋ, ਉਹਦੇ ਵਿੱਚ ਐਗਰੀਨੈਸ ਤੁਹਾਡਾ ਕਿੰਨਾ ਹੈ, ਤੁਸੀਂ ਐਗਰੀ ਹੁੰਦੇ ਹੋ ਜਾਂ ਨਹੀਂ ਹੈਗੀ, ਇਹ ਵੀ ਪਰਸਨੈਲਿਟੀ ਚੈੱਕ ਕਰਨਾ ਜ਼ਰੂਰੀ ਹੈ। ਓਪਨਨੈਸ ਟੂ ਚੇਂਜ। ਮਾਰਕੀਟ ਜਦੋਂ ਮੰਨ ਲਓ ਕੰਪਨੀ ਲੈਵਲ ਤੇ ਕੁਝ ਵੀ ਚੇਂਜ ਆਉਂਦਾ ਹੈ ਤਾਂ ਤੁਸੀਂ ਓਪਨ ਮਾਈਂਡ ਦੇ ਕਿਸ ਤਰ੍ਹਾਂ ਕੰਮ ਕਰਦੇ ਹੋ। ਇਹਨਾਂ ਨੇ ਐਗਜ਼ਾਮਪਲ ਲਈ ਵੀ ਹੈ who score high on this factor of imaginative, curious, open to new ideas। ਕਿਹੜੇ ਪਰਸਨਸ ਦੇ ਅੰਦਰ ਨਿਊ ਆਈਡੀਆਜ਼ ਨੂੰ ਕੁਝ ਨਾ ਕੁਝ ਨੰਬਰਸ ਦੇਣ ਦੀ ਕੋਸ਼ਿਸ਼ ਕਰਦੇ ਨੇ ਜਾਂ ਨਵੇਂ ਕੁਝ ਵੀ ਚੇਂਜਸ ਆਣਗੇ ਤਾਂ ਉਹਨੂੰ ਕਿਸ ਤਰ੍ਹਾਂ ਅਡਾਪਟ ਕਰਦੇ ਨੇ। ਫਿਰ ਹੈਗਾ ਐਕਸਟਰਾਵਰਜਨਸ ਲਿਖਿਆ ਹਾਊ ਡੂ ਯੂ ਲਵ ਟੂ ਗੈਦਰਿੰਗ। ਮੰਨ ਲਓ ਕੰਪਨੀ ਦੇ ਵਿੱਚ ਕਿਤੇ ਵੀ ਇਦਾਂ ਦੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ, ਕਿਤੇ ਵੀ ਕੋਈ ਕੰਪਨੀ 'ਚ ਗੈਦਰਿੰਗਸ ਹੋ ਗਈਆਂ ਜਾਂ ਭੀੜ ਹੋ ਗਈ, ਬਹੁਤ ਸਾਰੇ ਪਰਸਨ ਉਹਨਾਂ ਨੇ ਵੀ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਤਾਂ ਉਹ ਗੈਦਰਿੰਗ ਦੇ ਵਿੱਚ ਕਿਸ ਤਰ੍ਹਾਂ ਰਿਐਕਟ ਕਰਨਗੇ। ਕੰਸਿਸਟੈਂਸ, ਹਾਊ ਡੂ ਯੂ ਟੇਕ ਯੂਅਰ ਵਰਕ। ਆਪਣੇ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ। ਬਹੁਤ ਸਾਰੇ ਲੋਕਾਂ ਨੇ ਕੰਪਨੀ ਦੇ ਕੰਮ ਦੇ ਵਿੱਚ ਬਰਡਨ ਬੇਸ ਤੇ ਕੰਮ ਕਰਦੇ ਨੇ, ਫ੍ਰੀ ਮਾਈਂਡ ਕੰਮ ਕਰਦੇ ਨੇ। ਨਿਊਟ੍ਰੀਸ਼ਨ ਦੇ ਵਿੱਚ ਹੁੰਦਾ ਹਾਊ ਡੂ ਯੂ ਹੈਂਡਲ ਡਿਪਰੈਸ਼ਨਸ। ਮੰਨ ਲਓ ਕਈ ਵਾਰ ਕੰਪਨੀ 'ਚ ਇੱਦਾਂ ਦਾ ਵੀ ਹੁੰਦਾ ਕਿ ਪੂਰੇ ਦੇ ਪੂਰਾ ਵੀਕ ਜਿਹੜਾ ਸਾਡਾ ਬਿਜ਼ੀ ਵੀਕ ਹੁੰਦਾ ਤਾਂ ਲਾਸਟ ਦੇ ਵਿੱਚ ਅਸੀਂ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹਾਂ। ਜੋ ਡਿਪਰੈਸ਼ਨਸ ਆਉਂਦੇ ਨੇ ਸਾਨੂੰ ਕੰਮ ਦੇ ਵਿੱਚ ਉਹਨੂੰ ਅਸੀਂ ਕਿੱਦਾਂ ਡੀਲ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਕਿਸੇ ਵੀ ਕੰਪਨੀ ਦੇ ਵਿੱਚ ਪਰਸਨੈਲਿਟੀ ਲੈਵਲ ਤੇ ਜ਼ਰੂਰ ਚੈੱਕ ਕਰੀਆਂ ਜਾਂਦੀਆਂ। ਇੱਕ ਮਾਡਲ ਹੈਗਾ MBTI ਪਰਸਨੈਲਿਟੀ ਟੈਸਟ। MBTI ਮਾਡਲ ਜਿਹੜਾ ਹੈਗਾ ਮਾਇਰ ਬ੍ਰਿਗਸ ਟਾਈਪ ਇੰਡੀਕੇਟਰਸ। ਮਾਇਰ ਬ੍ਰਿਗਸ ਟਾਈਪ ਇੰਡੀਕੇਟਰ ਇੱਕ ਪਰਸਨੈਲਿਟੀ ਟੈਸਟ ਹੈ। ਇਹ ਪਰਸਨ ਕਹਿੰਦਾ ਕਿ 3-4 ਕੁਐਸਚਨਸ ਹੈ, ਅਗਰ ਉਹ ਮਾਈਂਡ ਦੇ ਵਿੱਚ ਸੈਟਅਪ ਕਰ ਲਈਏ
ਤਾਂ ਇਜ਼ੀਲੀ ਕਿਸੇ ਨਾ ਕਿਸੇ ਦੀ ਪਰਸਨੈਲਿਟੀ ਵੀ ਦੇਖ ਸਕਦੇ ਹਾਂ। ਪਹਿਲਾ ਕੁਐਸਚਨ ਲਿਖਿਆ ਹੈ ਕਿ ਹਾਊ ਡੂ ਯੂ ਗੈਟ ਯੂਅਰ एनर्जी, ਤੁਸੀਂ ਆਪਣੀ એનર્ਜੀ ਕਿੱਥੋਂ ਲੈ ਕੇ ਆਏ ਹੈਗੇ। ਇਹ ਪਰਸਨੈਲਿਟੀ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ। ਬਹੁਤ ਸਾਰੇ ਪਰਸਨ ਹੋਣਗੇ ਕਹਿੰਦਾ એનર્ਜੀ ਲਈ फैमिली बेस से है या काम के बेस से है या किसी ना किसी एक्सपीरियंस बेस से एनर्जी गेट करते हैं। दूसरा लिखे हाउ डू यू सी द वर्ड गैदर इन्फॉर्मेशन, ਤੁਸੀਂ ਕਹਿੰਦਾ ਆਪਣੇ ਆਸੇ ਪਾਸੇ ਦੁਨੀਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਫਿਰ ਇਨਫੋਰਮੇਸ਼ਨ ਇਕੱਠੀ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਇਨਫੋਰਮੇਸ਼ਨ ਇਕੱਠੀ ਕਰਦੇ। ਹਾਊ ਡੂ ਯੂ ਡਿਸਾਈਡ, ਅਗਰ ਕਿਸੇ ਚੀਜ਼ ਬਾਰੇ ਤੁਹਾਨੂੰ ਕੁਝ ਡਿਸਾਈਡ ਕਰਨਾ ਹੋ ਤਾਂ ਉਹ ਤੁਸੀਂ ਡਿਸਾਈਡ ਕਿਸ ਤਰ੍ਹਾਂ ਕਰਦੇ, ਕਿਉਂਕਿ ਜਦੋਂ ਕਿਸੇ ਬੰਦੇ ਦੀ ਪਰਸਨੈਲਿਟੀ ਦੇਖਣੀ ਹੈ ਤਾਂ ਕੁਝ ਕੁਐਸਚਨਸ ਇਦਾਂ ਦੇ ਪੁੱਛਣੇ ਜ਼ਰੂਰੀ ਹੁੰਦੇ ਨੇ। ਹਾਊ ਮਚ ਡੂ ਯੂ ਲਾਈਕ ਟੂ ਦੀ ਪਲਾਨ ਅਹੈਡ, ਫਿਊਚਰ ਲਈ ਤੁਹਾਡੇ ਕੀ ਪਲਾਨ ਹੈਗੇ ਨੇ, ਅੱਗੇ ਤੁਸੀਂ ਕੀ ਸੋਚੋਗੇ। ਇਹ ਸਾਰਾ ਕੁਝ ਪਰਸਨੈਲਿਟੀ ਟੈਸਟ ਦੇ ਵਿੱਚ ਹੁੰਦਾ ਹੈ। ਮੋਸਟਲੀ ਕਿਸੇ ਕੰਪਨੀ ਜਾਵਾਂਗੇ ਇੰਟਰਵਿਊ ਵਿੱਚ ਤੇ ਮੋਸਟਲੀ 3-4 ਪ੍ਰਕਾਰ ਦੇ ਕੁਐਸਚਨ ਤਾਂ ਜ਼ਰੂਰ ਹੁੰਦੇ ਨੇ। ਤੁਹਾਡਾ એનર્ਜੀ ਲੈਵਲ ਕੀ ਹੈਗਾ, ਫਿਊਚਰ ਬਾਰੇ ਤੁਸੀਂ ਕੀ ਸੋਚਦੇ ਹੈਗੇ ਹੋ, ਕੋਈ ਕੰਡੀਸ਼ਨ ਤੁਹਾਨੂੰ ਦੇ ਦੇਣਗੇ, ਤੁਸੀਂ ਅੱਗੇ ਕੀ ਸੋਚਣਾ ਹੈ, ਕੀ ਕਰਨਾ ਹੈਗਾ, ਉੱਥੇ ਕੰਪਲੀਟ ਹੋ ਸਕਦਾ ਹੈ। ਪੁੱਛਿਆ ਸੀ ਪਰਸਨੈਲਿਟੀ ਪੁੱਛਿਆ ਕਿ ਤੁਹਾਨੂੰ ਕੱਲ ਮੈਂ ਫਿਰ ਸੁਣ ਕੇ ਕਹਿੰਦਾ ਕਿਉਂ ਵਾਦਾ ਮੈਂ ਕਰ ਪੈਦਾ ਕਰਾਂ ਵੀ ਕਹਿੰਦਾ ਨੇ ਨੰਬਰ ਕਿਵੇਂ ਆ ਗਏ ਕਿੱਥੇ ਗਿਆ ਸੀ ਇੰਟਰਵਿਊ? ਉਹਦੇ ਕਰਾਫਟਸ ਕਿੱਥੇ ਹੈ? ਇਹ ਮਾਚੀਵਾੜਾ। ਅੱਛਾ, ਉਹ ਕਿਸ ਪੋਜੀਸ਼ਨ ਤੇ ਗਿਆ? ਕਹਿੰਦਾ ਬੀਕਾਮ ਚ ਕੀ ਕੀਤਾ, ਮੈਂ ਕਿਹਾ ਜੀਐਸਟੀ ਮਾਰਕੀਟਿੰਗ, ਉਹਨੇ ਜੀਐਸਟੀ ਦਾ ਪੁੱਛਣ ਲੱਗ ਗਿਆ। ਕਹਿੰਦਾ ਜੀਐਸਟੀ ਡਾਇਰੈਕਟ ਟੈਕਸ ਇਨਡਾਇਰੈਕਟ ਟੈਕਸ ਕੀ ਕਿਹੜੇ ਕਿਹੜੇ ਹੁੰਦੇ ਬੱਚੇ ਮੈਨੂੰ ਕੋਈ ਪਤਾ ਹੀ ਨਾ। ਮੈਂ ਕਿਹਾ ਸੈਕੰਡ ਈਅਰ ਤੇ ਕੀਤਾ ਸੀ ਆਨਲਾਈਨ। ਕਹਿੰਦਾ ਹਾਂ ਬੁੱਕਸ ਲੋਨ ਕੇ। ਮੈਂ ਕਿਹਾ ਹਾਂਜੀ। ਇਨਡਾਇਰੈਕਟ ਟੈਕਸ ਅੰਦਰ ਕੀ ਹੁੰਦਾ, ਮੈਨੂੰ ਬਿਲਿੰਗ ਦਾ ਦਿੱਤਾ ਸੀ। ਉਸ ਤੋਂ ਬਾਅਦ ਸਾਡੇ ਕੋਲ ਹੈ ਵਾਟ ਇਜ਼ ਦੀ ਟ੍ਰਾਂਜੈਕਸ਼ਨ ਐਨਾਲਿਸਿਸ। ਟ੍ਰਾਂਜੈਕਸ਼ਨ ਐਨਾਲਿਸਿਸ ਵੀ ਪਰਸਨੈਲਿਟੀ ਟੈਸਟ ਦੇ ਵਿੱਚ ਜ਼ਰੂਰ ਚੈੱਕ ਕਰਦਾ ਹੈ। ਟ੍ਰਾਂਜੈਕਸ਼ਨ ਐਨਾਲਿਸਿਸ ਵਿੱਚ ਅਸੀਂ ਦੇਖਦੇ ਹਾਂ ਵੀ ਕਿਹੜਾ ਪਰਸਨਸ ਕਿਤੇ ਵੀ ਕੋਈ ਕੰਪਨੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਤਾਂ ਆਪਣੇ ਆਪ ਨੂੰ ਕਿੱਦਾਂ ਐਸਟੀਮ ਕਰਦਾ ਹੈ, ਕਿਸ ਤਰ੍ਹਾਂ ਪਰਸਨ ਰਿਪਰੈਜ਼ੈਂਟ ਕਰਦਾ ਹੈ। ਇਹ ਵੀ ਪਰਸਨੈਲਿਟੀ ਦੇ ਵਿੱਚ ਇੱਕ ਪਰਸਨ ਹੈ ਸਿਗਮੰਡ ਫਰੂਡ। ਅਗਰ ਕਹਿੰਦਾ ਕਿਸੇ ਬੰਦੇ ਦੀ ਪਰਸਨੈਲਿਟੀ ਤੁਸੀਂ ਦੇਖਣੀ ਹੈ ਤਾਂ 3 ਲੈਵਲ ਤੇ ਕਿਸੇ ਬੰਦੇ ਦੀ ਪਰਸਨੈਲਿਟੀ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਉਹਦੀ ਆਈਡੀ, ਫਿਰ ਉਹਦੀ ਈਗੋ, ਫਿਰ ਉਹਦੀ ਸੁਪਰ ਈਗੋ। ਅਗਰ ਕਿਸੇ ਬੰਦੇ ਨੂੰ ਪਰਸਨੈਲਿਟੀ ਬੇਸ ਤੇ ਚੈੱਕਅਪ ਕਰਨਾ ਹੈ ਤਾਂ ਉਹਦੇ 3 ਲੈਵਲ ਚੈੱਕ ਕਰ ਲਓ। ਸਭ ਤੋਂ ਪਹਿਲਾਂ ਆਈਡੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਪਰਸਨ ਆਪਣੇ ਆਪ ਨੂੰ ਖੁਸ਼ ਰੱਖਣ ਲਈ ਕਿਸ ਤਰ੍ਹਾਂ ਡੀਲ ਕਰਦਾ ਹੈਗਾ। ਫॉर एग्जांपल ਜੀ ਉਹਨੂੰ ਆਈਡੀ ਉਹਦੇ ਵਿੱਚ ਕਹਿ ਸਕਦੇ ਹਾਂ ਲੇਟ ਹੋ सर मैं क्या होता है 2 दिन से लेट हो जा रही हूँ प्रोडक्ट की वजह से। दूसरा है ईगो। ईगो का मतलब होगा कि रियलिटी प्रिंसिपल की है, बंदा अपने आप में एक्चुअल ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਪਰਸਨੈਲਿਟੀ ਹੁੰਦੀ। ਸੁਪਰ ਹੈਗੀ ਸੁਪਰ ਈਗੋ। ਸੁਪਰ ਈਗੋ ਦਾ ਮਤਲਬ ਮੋਰਲ ਆਈਡੀਆਸ। कौन सा चैप्टर है सर? सेकंड पर्सनैलिटी बेस्ड। ਜਦੋਂ ਕਿਸੇ ਬੰਦੇ ਦੀ ਈਗੋ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਹਦੇ 3 ਸਟੇਜ ਹੁੰਦੀਆਂ ਨੇ ਈਗੋ ਦੀਆਂ। ਸਭ ਤੋਂ ਪਹਿਲਾਂ ਪੇਰੈਂਟ ਈਗੋ ਸਟੇਟ, ਅਡਲਟ ਈਗੋ ਸਟੇਟ, ਚਾਈਲਡ ਈਗੋ ਸਟੇਟ। ਚਾਈਲਡ ਈਗੋ ਸਟੇਟ ਦੇ ਵਿੱਚ ਕਹਿੰਦਾ ਬੱਚੇ ਨੂੰ ਉਹ ਸਟੇਟ ਹੁੰਦੀ ਹੈ ਜਦੋਂ ਰਾਈਟ ਰੋਂਗ ਬਾਰੇ ਪਤਾ ਲੱਗਣ ਸਟਾਰਟ ਲੱਗ ਜਾਂਦਾ ਹੈਗਾ। ਅਡਲਟ ਈਗੋ ਸਟੇਟ ਉਹ ਸਟੇਟ ਹੋਊਗੀ ਜਦੋਂ ਬੰਦਾ ਆਪਣੇ ਲਈ ਫਾਇਦਾ ਨੁਕਸਾਨ ਸੋਚਣ ਲੱਗ ਜਾਂਦਾ ਹੈ। ਲਾਸਟ ਜਿਹੜੀ ਸਾਡੀ ਪੇਰੈਂਟ ਈਗੋ ਸਟੇਟ ਹੈ ਜਦੋਂ ਸਾਨੂੰ ਬੱਚੇ ਤੁਹਾਡੀ ਫਾਦਰ ਮਦਰ ਜੋ ਹੈ ਸਾਨੂੰ ਐਕਚੁਅਲ ਦੇ ਵਿੱਚ ਕਿਸੇ ਰਾਹ ਦੇ ਵਿੱਚ ਸਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਉਸ ਦਿਸ਼ਾ ਦੇ ਵਿੱਚ ਲੈ ਕੇ ਜਾਂਦੇ ਨੇ। ਜਦੋਂ ਕਿਸੇ ਪਰਸਨ ਨੂੰ ਆ ਚੀਜ਼ਾਂ ਬਾਰੇ ਕੰਪਲੀਟ ਇਨਫੋਰਮੇਸ਼ਨ ਹੋ ਜਾਂਦੀ ਹੈ, ਆਈਡੀ, ਈਗੋ, ਸੁਪਰ ਈਗੋ, ਐਕਚੁਅਲ ਦੇ ਕਿਸੇ ਬੰਦੇ ਦੀ ਪਰਸਨੈਲਿਟੀ ਬਾਰੇ ਤੁਹਾਨੂੰ ਪਤਾ ਲੱਗ ਜਾਏਗਾ। ਕੁਝ ਕੁਐਸਚਨਸ ਜਿਵੇਂ ਅਸੀਂ ਕਈ ਵਾਰ ਇੰਟਰਵਿਊ ਦੇ ਸੁਣਦੇ ਹੈਗੇ ਉਸ ਬੇਸ ਤੇ ਵੀ ਸਾਡੀ ਆਈਡੀ ਜੋ ਹੈ ਰਿਕੋਗਨਾਈਜ਼ ਕੀ ਜਾਂਦੀ। ਫਿਰ ਇੱਕ ਕੁਐਸਚਨ ਹੋਰ ਆਉਂਦਾ ਹੈਗਾ ਸੈਲਫ ਅਵੇਅਰਨੈਸ ਜ਼ੋਹਾਰੀ ਵਿੰਡੋ। ਜ਼ੋਹਾਰੀ ਵਿੰਡੋ ਦੇ ਥਰੂ ਵੀ ਕਿਸੇ ਬੰਦੇ ਦੀ ਸੈਲਫ ਅਵੇਅਰਨੈਸ ਕਰਵਾਉਣੀ ਹੋਵੇ ਤਾਂ ਬੰਦੇ ਨੂੰ ਕਹਿੰਦਾ 4 ਚੀਜ਼ਾਂ ਹੋਣੀ ਕਲੀਅਰ ਹੋਣੀ ਚਾਹੀਦੀਆਂ ਨੇ। ਓਪਨ ਸੈਲਫ, ਬਲਾਈਂਡ ਸੈਲਫ, ਹਿਡਨ ਸੈਲਫ, ਅਨਨੋਨ ਸੈਲਫ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਪਨ ਸੈਲਫ। ਓਪਨ ਸੈਲਫ ਦਾ ਮਤਲਬ ਹੁੰਦਾ ਕਿ ਨੋਇੰਗ ਟੂ ਸੈਲਫ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਸਾਡੇ ਜੋ ਅਦਰਸ ਪਰਸਨਸ ਨੇ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੈਗੇ ਜਾਂ ਉਹ ਪਰਸਨ ਤੁਹਾਨੂੰ ਕਿਸ ਤਰ੍ਹਾਂ ਜਾਣਦੇ ਨੇ। ਅਗਰ ਤੁਹਾਨੂੰ ਇਸ ਬਾਰੇ ਨੌਲੇਜ ਹੈਗੀ ਹੈ ਤਾਂ ਤੁਹਾਨੂੰ ਆਪਣੀ ਪਰਸਨੈਲਿਟੀ ਬਾਰੇ ਪਤਾ ਲੱਗ ਜਾਊਗਾ। ਬਲਾਈਂਡ ਸੈਲਫ ਵਿੱਚ ਆਉਂਦਾ ਕਿ ਨੋਟ ਟੂ ਸੈਲਫ, ਕਿ ਕੌਣ ਇਦਾਂ ਦੇ ਪਰਸਨਸ ਨੇ ਜਿਹੜੇ ਤੁਹਾਨੂੰ ਨਹੀਂ ਪਸੰਦ ਕਰਦੇ ਜਾਂ ਜਿਹੜੇ ਪਰਸਨ ਤੁਹਾਨੂੰ ਨਹੀਂ ਜਾਣਦੇ ਹੈਗੇ। ਹਿਡਨ ਏਰੀਆ ਦੇ ਵਿੱਚ ਆ ਜਾਣਗੇ ਪਰਸਨਸ ਦੇ ਆਪਣੀ ਇਨਫੋਰਮੇਸ਼ਨਸ, ਕੁਝ ਜਿਹੜੀਆਂ ਬਾਹਰੋਂ ਕਿਸੇ ਪਰਸਨ ਤੋਂ ਸਾਨੂੰ ਜਦੋਂ ਪਤਾ ਲੱਗਦੀ ਤੁਸੀਂ ਐਕਚੁਅਲ ਜੇ ਕੰਮ ਵੀ ਕਰਦੇ ਹੋ ਉਹਨੂੰ ਅਸੀਂ ਹਿਡਨ ਸੈਲਫ ਕਹਿੰਦੇ ਹਾਂ। ਅਨਨੋਨ ਸੈਲਫਸ ਕੀ ਹੋਣਗੇ ਜਦੋਂ ਪਰਸਨਸ ਆਪਣੇ ਬਾਰੇ ਬਹੁਤ ਹੀ ਰੇਅਰ ਕੁਝ ਘੱਟ ਜਾਣਦਾ ਹੁੰਦਾ ਕਿ ਐਕਚੁਅਲ ਮੈਂ ਆਹ ਕੰਮ ਵੀ ਕਰ ਸਕਦਾ ਜਾਂ ਵੀ ਕਰ ਸਕਦਾ, ਮੇਰਾ ਮਾਈਂਡ ਇੰਨਾ ਸ਼ਾਰਪ ਹੈ। ਜਦੋਂ ਕਿਸੇ ਪਰਸਨ ਨੂੰ ਇਹਨਾਂ 4 ਚੀਜ਼ਾਂ ਬਾਰੇ ਕਲੀਅਰ ਹੋ ਜਾਊਗਾ ਤਾਂ ਆਪਣੀ ਪਰਸਨੈਲਿਟੀ ਨੂੰ ਡਿਫਾਈਨ ਕਰ ਸਕਦਾ ਹੈ। ਉਸ ਤੋਂ ਬਾਅਦ ਹੈਗਾ ਕਿ ਹਾਊ ਓਫਨ ਡਸ ਲਾਈਫ ਪੋਜੀਸ਼ਨ ਚੇਂਜ। ਕਹਿੰਦਾ ਇਦਾਂ ਦੀ ਕਿਹੜੀਆਂ ਕੰਡੀਸ਼ਨਸ ਹੋਣਗੀਆਂ ਜਦੋਂ ਲਾਈਫ ਪੋਜੀਸ਼ਨ ਚੇਂਜ ਆਉਂਦੀ ਹੈਗੀ ਨੇ। ਇਹ ਵੀ ਪਰਸਨੈਲਿਟੀ ਬੇਸ ਤੇ ਹੀ ਆਉਂਦੇ ਨੇ। ਤੁਹਾਨੂੰ ਕਈ ਵਾਰ ਲੱਗਦਾ ਹੋਵੇ ਕਿ ਅਸੀਂ ਕੁਝ ਨਵਾਂ ਕਰੇ ਆਪਣੀ ਲਾਈਫ ਦੇ ਵਿੱਚ ਤਾਂ ਉਹ ਤੁਹਾਡੀ ਪਰਸਨੈਲਿਟੀ ਬੇਸ ਤੇ ਆਉਂਦੇ ਨੇ। ਜਦੋਂ ਤੁਸੀਂ ਕੁਝ ਕਿਸੇ ਬੰਦੇ ਨੂੰ
अपने आप में कोई क्वेश्चन दिखाना, आई एम ओके, आई एम नॉट ओके, आई ट्राई टू बी ओके। इतने बहुत सारे क्वेश्चन साढ़े को आते हैं परसनैलिटी चेंज के कुछ ना कुछ कंपनी लेवल से बिहेवियर लेवल से कुछ ना कुछ चेकअप करते हैं। जिम्मे बहुत सारे मैं एग्जाम्पल लवांगी, क्वेश्चन से सू कुछ ले जाते हैं, थोड़े पॉजिटिव नैगेटिव आंसरस जो रिकॉर्ड करे जाते हैं, उत्थे ही थोड़ा लाइफ चेंज प्रोग्राम उदों ही सैट होता है। लाइफ चेंज प्रोग्राम मैं एग्जाम्पल में तुसी स्कूल लाइफ तो बाद किसी जॉब से जाना है तो जो इंटरव्यू होगा लाइफ चेंज प्रोग्राम ही होना है। वो हमेशा प्रोग्राम जो चेंज होना किस बेस से होना, परसनैलिटी बेस से ही होना है। उत्थे परसनैलिटी ये नहीं कि असं कोई वधिया कपड़े कुपड़े पा के गए या कुछ करके गए, असी किस टाइम से किस रिएक्ट प्रॉब्लम से या फिर किस कंडीशन से किस तरह रिएक्ट करे, वो साडी परसनैलिटी को डिफाइन करता। बहुत सारे क्वेश्चन उन्होंने कुछ टिपिकल क्वेश्चन पूछणगे। सब तो पहला तो आईडी बेस ही क्वेश्चन होने कि थोड़ा अपना नेम थीम, किस काम में थोड़ी फैमिली किस तरह बिलोंग करती है, की काम करते हो। उस तो बाद साडी आती है ईगो। ईगो की सुनना एक्चुअली जैसे लाइफ की सोचते हैं, रियल लाइफ बारे की सोचा है कि नहीं, स्टडी करिए फ्यूचर बारे की सोच के बैठे हैं। फिर आती सुपर ईगो। सुपर ईगो में थोड़े मोरल सुजेशंस, मोरल पावर मीनस मोरल आइडियाज, तुसी एक्चुअल की काम कर सकते हो कंपनी की, कोई कंडीशंस तुम दे सकते हैं, तुसी इतना की सोचते हो। मैं एग्जांपल कई बार सोचते हैं तो थोड़े ही फैमिली रिलेटेड बिजनेस के कुछ क्वेश्चन पूछ लेते हैं कि नहीं, या फिर तुसी किसी मतलब जिथे तुसी रह रहे हो उस एरिया रिगार्डिंग कोई क्वेश्चंस, या कोई टिपिकल दी कंडीशंस पा देंगे हैं, जिवें असीं जिन्हों असीं कहने हैं कोई ट्रेन रिगार्डिंग क्वेश्चन पूछ लेते हैं, बसेस रिगार्डिंग पूछ लेते हैं, ट्रैफिक रिगार्डिंग पूछ लेते हैं, तुसी अपने आप रिप्रेजेंट कितना करोगे, या फिर कंपनी के बिजनेस रिगार्डिंग क्वेश्चन पूछ लेते हैं। ये तीनों चीज़ां आईडी, ईगो, सुपर ईगो बेस पे ही थोड़ी कंपनी की परसनैलिटी टेस्ट होंदा है। जो परसनैलिटी टेस्ट होगा तो उस तो बाद साढ़े को आंदा है परसैप्शन। परसैप्शन इन्होंने लिखा भी परसैप्शन कंपनी के की होंदा भी कोई भी इंप्लॉई कंपनी के अंदर परसैप्शन बना सकता। सब तो पहला ऑर्गेनाइजेशन मीनस कंपनी ਦੇ ਵਿੱਚ ਅਗਰ ਕੋਈ ਪਰਸਨ ਰਹਿਣਾ ਚਾਹੁੰਦਾ ਹੈ, ਪਰਸੈਪਸ਼ਨ ਦਾ ਮਤਲਬ ਇਹ ਹੋਗਾ ਵੀ ਤੁਸੀਂ ਸੈਂਸਰੀ ਇੰਪ੍ਰੈਸ਼ਨਸ ਦੇ ਰਹੇ ਹੋ ਕੰਪਨੀ ਦੇ ਵਿੱਚ, ਤੁਸੀਂ ਕਹਿੰਦੇ ਹੋ ਕਿ ਹਾਂ ਮੈਂ ਕੰਪਨੀ 'ਚ ਲੱਗਣ ਲਈ ਰੈਡੀ ਹੈਗਾ ਜਾਂ ਪੋਜ਼ਿਟਿਵ ਇਫੈਕਟ ਅਸੀਂ ਦੇ ਦੇ, ਤਾਂ ਕੋਈ ਵੀ ਬੰਦਾ ਕੰਪਨੀ ਨੂੰ ਕਹਿੰਦਾ ਆਪ ਕਿਸ ਤਰ੍ਹਾਂ ਅਡਾਪਟ ਕਰ ਸਕਦਾ ਹੈ, ਬੈਸਟ ਇੰਪ੍ਰੈਸ਼ਨਸ ਕਿਸ ਤਰ੍ਹਾਂ ਦੇ ਸਕਦਾ। ਸਭ ਪੁਆਇੰਟਸ ਨਾਲ ਲਿਖਿਆ ਕਿ ਆਰਗੇਨਾਈਜੇਸ਼ਨ ਸਪੋਰਟ, ਅਗਰ ਕੰਪਨੀ ਦੀ ਪ੍ਰੋਪਰ ਸਪੋਰਟ ਹੋਊਗੀ, ਸਿੰਪਲ ਜੀ ਵਰਡ ਹੈ ਕਿ ਅਸੀਂ ਆਪਣੀ ਪਰਸਨੈਲਿਟੀ ਬੇਸ ਤੇ ਪਰਸੈਪਸ਼ਨਸ ਲੈ ਆਵਾਂਗੇ ਕਿ ਅਸੀਂ ਕੰਪਨੀ 'ਚ ਲੱਗਣ ਲਈ ਰੈਡੀ ਹਾਂ। ਫੇਅਰਨੈਸ ਟੂ ਪੇ, ਅਗਰ ਕੰਪਨੀ ਸੈਲਰੀ ਦੇਣ ਦੇ ਵਿੱਚ ਬਿਲਕੁਲ ਫੇਅਰਨੈਸ ਹੈ कि थोड़ा इन्नी हर मंथ इन्नी सैलरी मिलनी है, तो परसैप्शन ऑटोमोटिव जनरेट हो जाएगी। वर्किंग कंडीशन अगर थोड़ी फेवरेबल्स होंगी तो कंपनी परसैप्शन लेवल लेके आ जाऊंगी। जॉब असाइनमेंट्स इंटरेस्टिंग और नॉट, थोड़ा जी जॉब असाइन करिया जाएंगी, जिस कंपनी जॉब रखा जाऊगा वो थोड़े फायदे वाली है या नहीं है, तो उसका इंटरेस्ट है या नहीं है, उस बेस पे परसैप्शन लेवल आऊगा। इज माई ऑर्गेनाइजेशन इज अ ग्रेट प्लेस टू वर्क, कई उच्चे साढ़े माइंड के हो गए कि जिस कंपनी में काम कर रहे हैं कि कंपनी बिल्कुल सही है, तो परसैप्शन लेवल ऑटोमोटिव से ही आ जाता है कि कंपनी जैसे रुकना है या नहीं रुकना है। कुछ फैक्टर इदा के भी है जिस बेस से परसैप्शन जो है जनरेट नहीं होती है कि कई बार इन्फ्लुएंस हो जाता है, लोग प्रभावित हो जाते हैं कंपनी से लगना या नहीं लगना। सब तो पहला करैक्टरिस्टिक ऑफ द परसीवर, परसीवर असीं कह सकते हैं जो परसन परसैप्शन लैन लिए थोड़े को आया वो करैक्टरिस्टिक मैटर करते हैं। मैं एग्जाम्पल करूँ, थोड़ा इंटरव्यू लैन लिए कोई परसन बैठा है, वो परसन ही बिल्कुल सही नहीं है, वो क्वेश्चन सुन इदा लग रहे हैं या कुछ थोड़े आउट ऑफ सिलेबस तो बाहर के काम करवा रहे हैं, तो तुसी ऑटोमोटिव परसैप्शन लेवल जनरेट नहीं करा सकते। एटीट्यूड्स, कई बार साडे कुछ एटीट्यूड्स के प्रति प्रॉब्लम्स भी आती है। बहुत सारे इंप्लॉइज कंपनी जानते हैं कि एक फिक्स पोजीशन से आए हैं, भी फिक्स पोजीशन से आवांगे, फिक्स पोजीशन से अगर सानू काम मिलूगा तो असं आवांगे, अदरवाइज साडा एटीट्यूड होंदा ही नहीं। जिवें असीं कम बहुत नैरो कंडीशन के गल करते हैं कि साने सिर्फ एक जॉब से आए हैं, मैं कहां मैं कंपनी सिर्फ अकाउंट्स की जॉब ले आया, अकाउंट्स की जॉब भी मैं सिर्फ बिलिंग का काम करूंगा या फिर सेल परचेज का काम करूंगा, उससे अलावा कोई काम भी नहीं करना, उत्थे एटीट्यूड मेजर्स हो जाती हैं तो हम बाहर जरूर किया जाए। फिर है साडे मूड्स, ये भी साडी कंपनी के विच हमेशा मैटर करता है। थोड़ा मूड्स किस तरह रहेगा, घरों ही लड़के गए हो तो उत्थे जाके पता है कि कंपनी की जॉब नहीं लग सकती। अगर फ्रैश मूड नाल गए हो, स्टार्ट स्माइलिंग फेस नाल गए हैं, उत्थे भी अगले बंदे नाल प्रॉपर गलबात हो रही है तो कंपनी के विच परसैप्शन ऑटोमोटिव जनरेट हो जाती है। अगर मूड्स ही थोड़े सिंसीयर बेस से नहीं है तो उत्थे हमेशा प्रॉब्लम्स क्रिएट होंगी हैं। फिर है मोटिव्स, मोटिव का मतलब क्या हो गया, कुछ इदा की कंडीशन जिन्होंने उपर सानू इंटरेस्ट ज़्यादा होता है। मान लो किसी कंपनी इंटरव्यू देने हैं, साडा इंटरेस्ट है कि उस कंपनी के मैंने जॉब लैनी ही लैनी है, किसी बेस से भी लैनी है। कुछ भी कंडीशन साडी फैमिली पर्सन काम करते हैं या मेरे फ्रेंड्स काम करते हैं, या फिर मैंने इदा लगता है कि उस कंपनी में मैंने सीखने को मिलना है। अगर सानू उत्थे जाके सानू पता लगता है कि जिस जॉब लिए बुलाया उस जॉब से रखना ही नहीं है उन्होंने, फिर प्रॉब्लम्स क्रिएट हो जाते हैं, परसैप्शन लेवल ऑटोमोटिव ही डाउन हो जाता है। सैल्फ कंसैप्ट, सैल्फ कंसैप्ट का मतलब हो गया जो असीं अपने आप खुद रिप्रजेंट करते हैं, पॉजिटिव इफेक्ट्स या नैगेटिव इफेक्ट्स लेके जाने हैं।
ਸਾਡੀ ਵੈਲਿਊ ਪੋਜ਼ਿਟਿਵ ਹੁੰਦੇ ਨੇ ਲੇਕਿਨ ਜਾ ਕੇ ਐਟੀਟਿਊਡ ਜੋ ਹੈ ਨੈਗੇਟਿਵ ਕਨਵਰਟ ਹੋ ਜਾਂਦੇ ਨੇ ਤਾਂ ਉੱਥੇ ਵੀ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ। ਇੱਕ ਹੈਗਾ ਇੰਟਰਸਟ, ਅਗਰ ਤੁਹਾਡਾ ਕਿਸੇ ਜੌਬ ਦੇ ਵਿੱਚ ਇੰਟਰਸਟ ਹੀ ਨਹੀਂ ਹੁੰਦਾ ਤੁਹਾਨੂੰ ਧੱਕੇ ਨਾਲ ਭੇਜਿਆ ਜਾਵੇ, ਐਗਜ਼ਾਮਪਲ ਤੁਹਾਡੀ ਫੈਮਿਲੀ ਕਦੇ ਵੀ ਜਾਓ ਉਸ ਜੌਬ ਤੇ ਜਾ ਕੇ ਇੰਟਰਵਿਊ ਦੇ ਕੇ ਆਓ ਤਾਂ ਕਦੇ ਵੀ ਪਰਸੈਪਸ਼ਨ ਲੈਵਲ ਨਹੀਂ ਬਣਦਾ। ਲਾਈਫ ਜਿਵੇਂ ਬਹੁਤ ਸਾਰੇ ਪਰਸਨ ਕਹਿੰਦੇ ਨੇ ਮੈंने आज मान ली मैं अपनी लाइफ ਦੇ ਫਿਊਚਰ 'ਚ ਕੰਮ ਕਰਨਾ ਲੇਕਿਨ ਫੈਮਿਲੀ ਕਹਿੰਦੀ ਨਹੀਂ ਤੁਸੀਂ ਐਕਚੁਅਲ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਤਾਂ ਉੱਥੇ ਪਰਸੈਪਸ਼ਨ ਲੈਵਲ ਕਦੇ ਵੀ ਨਹੀਂ ਆਉਂਦਾ। ਅਸੀਂ ਜ਼ਰੂਰ ਉਹ ਕੰਮ ਕਰਦੇ ਚਲੇ ਜਾਣਾ ਲੇਕਿਨ ਉਹ ਸੈਲਫ ਜਿਹੜਾ ਮੋਟੀਵੇਸ਼ਨ ਲੈਵਲ ਹੁੰਦਾ ਉਹ ਜਨਰੇਟ ਹੀ ਨਹੀਂ ਹੁੰਦਾ ਹੈਗਾ। ਸਾਡੀ ਸੁਪਰ ਈਗੋ ਜੋ ਹੈ ਉਹ ਕਦੀ ਵੀ ਬਾਹਰ ਨਹੀਂ ਆਉਂਦੀ ਹੈਗੀ। ਜਦੋਂ ਤੁਹਾਡੀਆਂ ਤਿੰਨੋਂ ਚੀਜ਼ਾਂ ਬਾਹਰ ਆਉਣਗੀਆਂ, ਆਈਡੀ ਵੀ, ਈਗੋ ਵੀ ਔਰ ਸੁਪਰ ਈਗੋ ਵੀ, ਲੋਕ ਤੁਹਾਨੂੰ ਜਾਣਨਗੇ, ਤੁਹਾਡੇ ਆਈਡੀਆ ਨੂੰ ਸੁਣਨਗੇ, ਤੁਹਾਨੂੰ ਕੰਮ ਵੀ ਕਰਨ ਦਾ ਬੈਨੀਫਿਟ ਮਿਲੂਗਾ ਤਾਂ ਜਾ ਕੇ ਸਾਡਾ ਇੰਟਰਸਟ ਬਣਦਾ, ਅਦਰਵਾਈਜ਼ ਕੰਪਨੀ ਦਾ ਵੀ ਇੰਟਰਸਟ ਨਹੀਂ ਬਣਦਾ। ईगो के सुपर ईगो से एग्जांपल दस दो कोई। बताया तो था मैंने, दोबारा बता दूं पहले कंप्लीट करना फिर उस तो बाद आएगा कोग्निटिव स्ट्रक्चर। कोग्निटिव स्ट्रक्चर ਅਸੀਂ ਲਾਸਟ ਇੱਕ ਟੌਪਿਕ ਵਿੱਚ ਪੜ੍ਹਿਆ ਸੀ ਵੀ ਕੋਗਨੀਟਿਵ ਅਗਰ ਕਿਸੇ ਬੰਦੇ ਦਾ ਅਸੀਂ ਬਿਹੇਵੀਅਰ ਫਾਈਂਡ ਕਰਨਾ ਕੋਗਨੀਟਿਵ ਥਿਊਰੀ ਦੇ ਫਾਈਂਡ ਕਰ ਸਕਦੇ ਹਾਂ। ਕੋਗਨੀਟਿਵ ਸਟਰਕਚਰ ਦੀ ਕਹਿੰਦਾ ਬੰਦੇ ਦੇ ਅਪੀਅਰੈਂਸ, ਉਹਦੀ ਰਿਲੇਟਿਵ ਐਕਚੁਅਲ ਬੰਦਾ ਕਿਸ ਤਰ੍ਹਾਂ ਆਪਣਾ ਨੂੰ ਦਿਖਾਉਂਦਾ ਹੈਗਾ, ਕਿਸ ਤਰ੍ਹਾਂ ਕਿਸੇ ਨਾਲ ਡੀਲ ਕਰਦਾ ਹੈਗਾ, ਇਸ ਤਰ੍ਹਾਂ ਵੀ ਤੁਸੀਂ ਕਹਿੰਦਾ। ਹੁਣ ਕੰਪਨੀ ਤੁਸੀਂ ਗਏ ਹੋ, ਕੰਪਨੀ ਨੇ ਇੰਟਰਵਿਊ ਰੱਖਿਆ, ਕੰਪਨੀ ਦੇ ਇੰਟਰਵਿਊ ਤੁਹਾਨੂੰ ਉੱਥੇ ਬੈਠਣ ਦੀ ਫੈਸਿਲਿਟੀ ਨਾ ਮਿਲੇ, ਮਾਰਨਿੰਗ ਤੁਸੀਂ ਗਏ ਹੋਏ ਸ਼ਾਮ ਤੱਕ ਤੁਹਾਨੂੰ ਨੰਬਰ ਹੀ ਨਾ ਆਵੇ ਤੁਹਾਡਾ, ਤਾਂ ਆਟੋਮੋਟਿਵ ਤੇ ਸਾਡਾ ਸਟਰਕਚਰ ਸੀ ਨਹੀਂ ਹੁੰਦਾ, ਪਰਸੈਪਸ਼ਨ ਲੈਵਲ ਆਟੋਮੋਟਿਵ ਹੀ ਖਤਮ ਹੋ ਜਾਂਦਾ ਹੈ। ਐਕਸਪੈਕਟੇਸ਼ਨ, ਐਕਚੁਅਲ ਅਸੀਂ ਜੋਬ ਰਿਗਾਰਡਿੰਗ ਕੀ ਚਾਹੁੰਦੇ ਹੈਗੇ, ਜੇ ਕਿਸੇ ਕੰਪਨੀ ਜੋਬ ਲਈ ਗਏ ਹਾਂ ਤਾਂ ਸਾਡੀ ਐਕਸਪੈਕਟੇਸ਼ਨ ਕੀ ਨੇ, ਮੇਰੀ ਸੈਲਰੀ ਇੰਨੀ ਚਾਹੀਦੀ ਹੈ, ਮੈਨੂੰ ਆ ਫੈਸਿਲਿਟੀਜ਼ ਮਿਲਣੀ ਚਾਹੀਦੀ ਨੇ। ਅਗਰ ਉਹ ਸਾਰੀ ਚੀਜ਼ਾਂ ਕੰਪਲੀਟ ਹੋ ਜਾਂਦੀਆਂ ਨੇ ਤਾਂ ਪਰਸੈਪਸ਼ਨ ਲੈਵਲ ਜਨਰੇਟ ਹੋ ਜਾਂਦਾ ਹੈ। ਅਗਰ ਨਹੀਂ ਕੰਪਲੀਟ ਹੁੰਦਾ ਪਰਸੈਪਸ਼ਨ ਲੈਵਲ ਆਟੋਮੋਟਿਵ ਹੀ ਡਾਊਨ ਸਾਡਾ ਹੋ ਜਾਂਦਾ। ਫਿਰ ਹੈਗਾ ਕਰੈਕਟਰਿਸਟਿਕ ਆਫ ਦੀ ਟਾਰਗੇਟ, ਕਰੈਕਟਰਿਸਟਿਕ ਆਫ ਦੀ ਸਿਚੁਏਸ਼ਨ। ਇਹ ਵੀ ਪਰਸੈਪਸ਼ਨ ਲੈਵਲ ਦੇ ਵਿੱਚ ਆਉਂਦਾ ਹੈ ਕਿ ਸਾਡੇ ਜਿਹੜੇ ਟਾਰਗੇਟਸ ਉਹਨਾਂ ਨੇ ਉਹਦੇ ਕਰੈਕਟਰਿਸਟਿਕ, ਫਿਜ਼ੀਕਲ ਅਪੀਅਰੈਂਸ, ਵਰਬਲ ਕਮਿਊਨੀਕੇਸ਼ਨ, ਨॉन ਵਰਬਲ ਕਮਿਊਨੀਕੇਸ਼ਨ, ਇਹ ਟਾਰਗੇਟਸ ਹੁੰਦੇ ਨੇ ਕੰਪਨੀ ਦੇ। ਕਿਸੇ ਵੀ ਕੰਪਨੀ ਜਾਓਗੇ ਤਾਂ ਜਦੋਂ ਵੀ ਕਿਸੇ ਕੰਪਨੀ ਜਾਂਦੇ ਤਾਂ ਸਾਡੇ ਕੁਝ ਟਾਰਗੇਟ ਹੁੰਦੇ ਨੇ ਕਿ ਅਸੀਂ ਕਿਸ ਬੇਸ ਤੇ ਗੱਲਬਾਤ ਕਰਾਂਗੇ, ਕਿਹੜੇ ਕਿਹੜੇ ਪੁਆਇੰਟ ਸਾਨੂੰ ਪੋਜ਼ਿਟਿਵ ਪੁੱਛੇ ਜਾਣਗੇ, ਕਿਹੜੇ ਕਿਹੜੇ ਨੈਗੇਟਿਵ ਪੁਆਇੰਟ ਨੇ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਨੌਲੇਜ ਹੁੰਦੀ ਹੈ ਅਸੀਂ ਪ੍ਰੋਪਰ ਤਰੀਕੇ ਦੇ ਕਿਸੇ ਕੰਪਨੀ 'ਚ ਕਮਿਊਨੀਕੇਸ਼ਨ ਬੈਟਰ ਕਰ ਸਕਦੇ ਹਾਂ। ਇੰਟਰਵਿਊ ਤੇ ਜਾਂਦੇ ਹਾਂ, ਜੋ ਕੁਐਸਚਨਸ ਪੁੱਛੇਗੇ ਅਗਰ ਤਾਂ ਸਾਡੇ ਬੈਸਟ ਲਈ ਹੁੰਦੇ ਤਾਂ ਸਾਡਾ ਪਰਸੈਪਸ਼ਨ ਲੈਵਲ ਆਟੋਮੈਟਿਕ ਜਨਰੇਟ ਹੁੰਦਾ ਹੈ। ਅਦਰਵਾਈਜ਼ ਕੀ ਹੈ, ਇੰਟਰਵਿਊ ਤੋਂ ਬਾਅਦ ਹੀ ਸਾਨੂੰ ਖੁਦ ਨੂੰ ਪਤਾ ਲੱਗ ਜਾਂਦਾ ਵੀ ਪਰਸਨ ਨੇ ਸਾਨੂੰ ਰੱਖਣਾ ਹੈ ਜਾਂ ਨਹੀਂ ਰੱਖਣਾ ਹੈ, ਉਹ ਆਟੋਮੈਟਿਕ ਜਨਰੇਟ ਹੋ ਜਾਂਦਾ ਹੈ। ਫਿਰ ਇੱਕ ਕਰੈਕਟਰਿਸਟਿਕ ਆਫ ਦੀ ਸਿਚੁਏਸ਼ਨ, ਜਦੋਂ ਵੀ ਕਿਸੇ ਕੰਪਨੀ ਕੋਈ ਸਿਚੁਏਸ਼ਨ ਹੋਗੀ ਇਹ ਵੀ ਹਮੇਸ਼ਾ ਮੈਟਰ ਕਰਦੀ। ਹੁਣ ਤੁਹਾਨੂੰ ਕਿਹਾ ਜਾਵੇ ਐਗਜ਼ਾਮਪਲ ਵੀ ਤੁਸੀਂ ਐਗਜ਼ਾਮ ਦੇਣੇ ਨੇ ਵੀ ਸ਼ਾਮ ਨੂੰ ਦੇਣੇ ਨੇ, ਸਿਚੁਏਸ਼ਨ ਤੁਹਾਨੂੰ ਕਦੇ ਵੀ ਮੈਟਰ ਨਹੀਂ ਕਰਦੀ। ਤੁਹਾਨੂੰ ਬਹੁਤ ਸਾਰੇ ਓਬਜੈਕਸ਼ਨਸ ਹੋਣਗੇ, ਤੁਹਾਨੂੰ ਕਿਹਾ ਜਾਏ ਮਾਰਨਿੰਗ ਐਗਜ਼ਾਮ ਹੋਊਗਾ ਤਾਂ ਸਿਚੁਏਸ਼ਨ ਤੁਹਾਨੂੰ ਮੈਟਰ ਕਰਦੀ ਹੈ। ਸੇਮ ਕੰਪਨੀ ਲੈਵਲ ਤੇ ਹਮੇਸ਼ਾ ਸਿਚੁਏਸ਼ਨ ਬੇਸ ਤੇ ਵੀ ਪਰਸਨੈਲਿਟੀ ਟੈਸਟ ਕਰੇ ਜਾਂਦੇ हैं। कौन बंदा किस लेवल पे किस तरह काम करूगा सिचुएशंस पहले तो क्रिएट करिए जाती है। एक उस तो बाद ਸਾਡੇ ਕੋਲ ਥਿਊਰੀ ਹੈਗੀ ਹੈ ਐਟਰੀਬਿਊਸ਼ਨ ਥਿਊਰੀ। ਐਟਰੀਬਿਊਸ਼ਨ ਥਿਊਰੀ ਵੀ ਤੁਹਾਡੀ ਕੰਪਨੀ ਦੀ ਪਰਸਨੈਲਿਟੀ ਚੈੱਕਅਪ ਲਈ ਹੀ ਕਰੀ ਜਾਂਦੀ। ਸਭ ਤੋਂ ਪਹਿਲਾਂ ਥਿਊਰੀ ਦੇ ਵਿੱਚ ਆਉਂਦਾ ਹੈਗਾ ਕੌਨਸ਼ੀਅਸਨੈਸ। ਕੌਨਸ਼ੀਅਸਨੈਸ ਮਤਲਬ ਤੁਸੀਂ ਕੋਈ ਇਦਾਂ ਦੀ ਸਿਚੁਏਸ਼ਨ ਇੱਕ ਕੰਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਰਿਐਕਟ ਕਰੋ, ਦੂਸਰੇ ਕੰਮ 'ਚ ਕਿਸ ਤਰ੍ਹਾਂ ਕੰਮ ਕਰੋਗੇ। ਕੰਪਨੀ ਮੋਸਟਲੀ ਇਸ ਲੈਵਲ ਚੱਲਦਾ ਹੈ ਪਰਸਨੈਲਿਟੀ ਚੈੱਕਅਪ ਨੂੰ, ਤੁਹਾਨੂੰ ਇੱਕ ਕੰਡੀਸ਼ਨ ਦੇਤੀ ਆ ਕੰਮ ਕੰਪਲੀਟ ਕਰਨਾ ਹੈ। ਬਾਈ ਦਾ ਵੀ ਤੁਹਾਡੇ ਤੋਂ ਕੰਪਨੀ ਦੂਸਰਾ ਕੰਮ ਕਰਵਾਉਣਾ ਚਾਹਵੇ ਤਾਂ ਤੁਸੀਂ ਉਸ ਤਰ੍ਹਾਂ ਕਿਸ ਤਰ੍ਹਾਂ ਬਿਹੇਵ ਕਰੋਗੇ, ਇਹ ਪਰਸਨੈਲਿਟੀ ਚੈੱਕਅਪ ਲਈ ਜ਼ਰੂਰ ਕਰਿਆ ਜਾਂਦਾ। ਦੂਸਰਾ ਡਿਸਟ੍ਰਿਕਟਨੈਸ। ਡਿਸਟ੍ਰਿਕਟਨੈਸ ਦਾ ਮਤਲਬ ਕਿ ਤੁਹਾਨੂੰ ਕਿਸੇ ਗਰੁੱਪ ਦੇ ਵਿੱਚ ਤੁਸੀਂ ਡਿਫਰੈਂਸਿਸ ਲੈਵਲ ਕਿਸ ਤਰ੍ਹਾਂ ਦਿਖਾਓਗੇ। ਬਹੁਤ ਸਾਰੇ ਪਰਸਨ ਹੁੰਦੇ ਨੇ ਕਿ ਮੈਂ ਸਿਰਫ ਕੰਮ ਕਰਨਾ ਤਾਂ ਆਪਣੀ ਲੈਵਲ ਦੇ ਲੋਕਾਂ ਨਾਲ ਹੀ ਕੰਮ ਕਰਨਾ ਹੈ, ਜਦ ਮੈंने ਕੰਮ ਕਰਨਾ ਸਿਰਫ ਅਕਾਊਂਟਸ ਗਰੁੱਪ ਦੇ ਵਿੱਚ ਹੀ ਕੰਮ ਕਰਨਾ ਹੈ, ਇਸ ਤੋਂ ਬਾਹਰ ਦਾ ਕੋਈ ਮੈਂਬਰ ਮੇਰੀ ਕਮੇਟੀ ਦੇ ਵਿੱਚ ਹੋਣਾ ਨਹੀਂ ਚਾਹੀਦਾ। ਤੇ ਇਹ ਲੈਵਲ ਵੀ ਜ਼ਰੂਰ ਚੈੱਕ ਕਰੇ ਜਾਣਗੇ। ਕੰਸਿਸਟੈਂਸੀ। ਕੰਸਿਸਟੈਂਸੀ ਦਾ ਮਤਲਬ ਲਗਾਤਾਰ ਤੁਸੀਂ ਆਪਣੇ ਵਰਕ ਨੂੰ, ਲੋਡ ਨੂੰ ਕਿਸ ਤਰ੍ਹਾਂ ਅਬਜ਼ਰਵ ਕਰ ਰਹੇ ਹੋ। ਮੀਨਸ ਅਗਰ ਬਾਈ ਦਾ ਲਗਾਤਾਰ ਕੰਮ ਕਰਨਾ, ਡਿਪਰੈਸ਼ਨ ਦੀ ਕੰਡੀਸ਼ਨ ਸਾਰੀਆਂ ਹੋਣ ਤਾਂ ਡਿਪਰੈਸ਼ਨ ਕਿੱਦਾਂ ਹੈਂਡਲ ਕਰ ਰਹੇ ਹੋ, ਇਹ ਵੀ ਪਰਸਨੈਲਿਟੀ ਚੈੱਕ ਲਈ ਵੀ ਕੰਪਨੀ ਦੇ ਵਿੱਚ ਦੇਖਿਆ ਜਾਂਦਾ ਹੈ। ਇਹ ਹੈ ਕਿ ਤੁਹਾਡੀ ਐਟਰੀਬਿਊਸ਼ਨ ਥਿਊਰੀ। ਬੈਰੀਅਰਸ ਟੂ ਇਫੈਕਟਿਵ ਪਰਸੈਪਸ਼ਨਸ। ਪਰਸੈਪਸ਼ਨ ਦੇ ਵਿੱਚ ਜਿਹੜੀਆਂ ਰੁਕਾਵਟਾਂ ਨੇ ਕਿਹੜੀਆਂ ਦੁਬਾਰਾ ਤੋਂ ਸਭ ਤੋਂ ਪਹਿਲਾਂ ਸੈਲਫ ਸਰਵਿੰਗ ਬੇਸ। ਸਾਡੇ ਆਪਣੇ ਸਰਵਿੰਗ ਬੇਸ ਕੀ ਨੇ, ਮੈਂ ਆਪਣਾ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਚਾਹੁੰਦਾ ਹੈਗਾ। ਐਕਚੁਅਲ ਮੈਂ ਕਿਸੇ ਕੰਪਨੀ 'ਚ ਗਿਆ, ਮੈਂ ਜੋ ਚੀਜ਼ ਚਾਹੁੰਦਾ ਸੀ ਮੈਨੂੰ ਚੀਜ਼ ਮਿਲੀ ਨਹੀਂ ਤਾਂ ਅਸੀਂ ਆਟੋਮੋਟ ਦੇ ਲੀਵ ਕਰ ਦਿੰਦੇ, ਸਾਨੂੰ ਇਸ ਕੰਪਨੀ ਜੋਬ ਨਹੀਂ ਕਰਨੀ ਹੈ। ਫੰਡਾਮੈਂਟਲ ਐਟਰੀਬਿਊਸ਼ਨ ਐਰਰ। ਫੰਡਾਮੈਂਟਲ ਐਟਰੀਬਿਊਸ਼ਨ ਐਰਰ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਕਿਸੇ ਕੰਪਨੀ ਦੇ ਵਿੱਚ ਅਬਿਲਿਟੀ ਔਰ ਐਫਰਟ ਬੇਸ ਤੇ ਸਾਨੂੰ ਐਰਰ ਨਜ਼ਰ ਆਉਂਦੇ ਹੈਗੇ ਨੇ। ਮੈਂ ਐਗਜ਼ਾਮਪਲ ਕਰਾਂ, ਮੇਰੀ ਅਬਿਲਿਟੀ ਹੈ ਕਿ ਮੈंने ਕੰਮ ਜੋ ਲੈਣਾ ਹੈਗਾ ਅਕਾਊਂਟ ਬੇਸ ਤੇ ਕੰਮ ਲੈਣਾ, ਲੇਕਿਨ ਮੈਨੂੰ ਕੰਮ ਉਹ ਮਿਲਦਾ ਹੀ ਨਹੀਂ, ਤਾਂ ਉੱਥੇ ਆਟੋਮੋਟ ਦੇ ਐਰਰਸ ਆ ਜਾਂਦੇ ਹੈਗੇ, ਸਾਨੂੰ ਪਰਸੈਪਸ਼ਨ ਮਿਲੂਗਾ ਹੀ ਨਹੀਂ। ਸਿਲੈਕਟਿਵ ਪਰਸੈਪਸ਼ਨ। ਸਿਲੈਕਟਿਵ ਪਰਸੈਪਸ਼ਨ ਮਤਲਬ ਕਿ ਸਪੀਡ ਰੀਡ ਅਦਰਸ। ਅਸੀਂ ਕਹੀਏ ਵੀ ਹਰ ਇੱਕ ਪਰਸਨ ਅਸੀਂ ਕਹੀਏ ਵੀ ਬਹੁਤ ਜਲਦੀ ਨਾਲ ਕੰਮ ਕਰੋ, ਸਾਨੂੰ ਕੰਪਨੀ ਕੰਮ ਹੋ ਹੀ ਨਹੀਂ ਸਕਦਾ, ਤਾਂ ਉੱਥੇ ਪ੍ਰੋਬਲਮਸ ਕ੍ਰੀਏਟ ਹੋ ਜਾਣਗੀਆਂ। ਹੈਲੋ ਇਫੈਕਟ। ਹੈਲੋ ਇਫੈਕਟ ਦਾ ਮਤਲਬ ਹੁੰਦਾ ਹੈ ਜਨਰਲ ਇੰਪ੍ਰੈਸ਼ਨਸ। ਇੱਕ ਹੈਲੋ ਇਫੈਕਟ ਹੁੰਦਾ, ਇੱਕ ਫੋਰਨ ਇਫੈਕਟ ਹੁੰਦਾ।
ਜਦੋਂ ਕਿਸੇ ਬੰਦੇ ਨੂੰ ਟੌਪ ਦੀ ਰੈਂਕਿੰਗ ਦੇਣੀ ਹੋਵੇ ਤਾਂ ਉਹਨੂੰ ਤੁਸੀਂ ਹੈਲੋ ਇਫੈਕਟ ਕਹਿੰਦੇ ਹੈਗੇ ਆ। ਜਦੋਂ ਕਿਸੇ ਬੰਦੇ ਨੂੰ ਲੋ ਰੈਂਕਿੰਗ ਦੇਣੀ ਹੋਵੇ ਤਾਂ ਉਹਨੂੰ ਤੁਸੀਂ ਫੋਰਨ ਇਫੈਕਟ ਕਹਿੰਦੇ ਆ। ਅਗਰ ਕੰਪਨੀ ਦੇ ਵਿੱਚ ਰੈਂਕਿੰਗ ਬੈਸਟ ਮਿਲ ਰਹੀ ਹੈ ਤਾਂ ਹੈਲੋ ਇਫੈਕਟ ਸਾਡਾ ਪਰਸੈਪਸ਼ਨ ਲੈਵਲ ਠੀਕ ਹੈ। ਅਗਰ ਤੁਹਾਡੀ ਰੈਂਕਿੰਗ ਹੀ ਡਾਊਨ ਹੋ ਰਹੀ ਹੈ, ਤੁਹਾਨੂੰ ਜੋ ਆਨਸਰਸ ਮਿਲ ਰਹੇ ਜਾਂ ਕੁਐਸਚਨ ਆਨਸਰ ਤੁਸੀਂ ਰਿਪਰੈਜ਼ੈਂਟ ਪ੍ਰੋਪਰਟੀ ਨੂੰ ਰਿਪਰੈਜ਼ੈਂਟ ਕਰ ਹੀ ਨਹੀਂ ਪਾ ਰਹੇ ਤਾਂ ਉੱਥੇ ਫੋਰਨ ਇਫੈਕਟ ਆ ਜਾਂਦਾ, ਪਰਸੈਪਸ਼ਨ ਲੈਵਲ ਆਟੋਮੈਟਿਕ ਤੇ ਹੀ ਡਾਊਨ ਹੋ ਜਾਂਦਾ ਹੈਗਾ। ਇੱਕ ਹੈਗਾ ਕੰਟਰੈਕਟ ਇਫੈਕਟ। ਕੰਟਰੈਕਟ ਇਫੈਕਟ ਦਾ ਮਤਲਬ ਕਿ ਕਰੈਕਟਰਿਸਟਿਕ ਬੇਸ ਤੇ ਜਿਹੜੇ ਲੋਕ ਤੁਹਾਡੇ ਨਾਲ ਰਿਪਰੈਜ਼ੈਂਟ ਜਾਂ ਗੱਲਬਾਤ ਕਰਨ ਵਾਲੇ ਆਏ ਨੇ, ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਦੇ ਹੋ। ਮੈਂ ਐਗਜ਼ਾਮਪਲ ਕਰਾਂ, ਮੈਂ ਇੰਟਰਵਿਊ ਦੇਣ ਚਲਾ ਗਿਆ, ਉੱਥੇ ਪਰਸਨ ਜੋ ਇੰਟਰਵਿਊ ਲੈਣ ਵਾਲਾ ਹੈਗਾ ਵੀ ਪ੍ਰੋਪਰ ਇੰਗਲਿਸ਼ 'ਚ ਇੰਟਰਵਿਊ ਨੇ ਲੈਣਾ ਹੈ, ਅਸੀਂ ਪ੍ਰੋਪਰ ਤਿਆਰੀ ਨਹੀਂ ਕੀਤੀ ਹੈਗੀ, ਪ੍ਰੋਪਰ ਇੰਗਲਿਸ਼ ਸਾਡੀ ਸਪੀਕਿੰਗ ਨਹੀਂ ਹੈਗੀ, ਤਾਂ ਆਟੋਮੈਟਿਕ ਤੇ ਪਰਸੈਪਸ਼ਨ ਲੈਵਲ ਡਾਊਨ ਹੋ ਜਾਂਦਾ। ਕਿਉਂਕਿ ਜਦੋਂ ਉਹਦੇ ਕੁਝ ਕੁਐਸਚਨਸ ਹੋਣਗੇ ਸਾਡੇ ਆਨਸਰਸ ਉਹ ਰੁਕ ਕੇ ਚੱਲਣੇ ਆਣਗੇ, ਕਿਉਂਕਿ ਅਸੀਂ ਪ੍ਰੋਪਰ ਗੱਲਬਾਤ ਨਹੀਂ ਕਰ ਪਾਵਾਂਗੇ, ਉੱਥੇ ਕੰਡੀਸ਼ਨਸ ਵੀ ਡਾਊਨ ਹੋ ਜਾਂਦੀਆਂ। ਤਾਂ ਪਰਸਨੈਲਿਟੀ ਦੇ ਵਿੱਚ ਅਗਰ ਤੁਸੀਂ ਪਰਸੈਪਸ਼ਨ ਲੈ ਕੇ ਆਣੀ ਹੈ ਤਾਂ ਕੁਝ ਰੁਕਾਵਟਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਫਿਰ ਸਾਡੇ ਕੋਲ ਉਸ ਤੋਂ ਬਾਅਦ ਨਵਾਂ ਕੁਐਸਚਨ ਆਉਂਦਾ ਹੈ ਇਮੋਸ਼ਨਸ। ਇਮੋਸ਼ਨਸ ਕੀ ਹੋਣਗੇ? ਇਮੋਸ਼ਨ ਕੈਨ ਬੀ ਰਿਐਕਸ਼ਨ ਜਾਂ ਸਬਜੈਕਟਿਵ ਸਟੇਟ ਟੂ ਦੀ ਮਾਈਂਡ। ਅਸੀਂ ਕਹਿ ਸਕਦੇ ਹਾਂ ਇਮੋਸ਼ਨਸ ਕੀ ਹੋਣਗੇ? ਜਦੋਂ ਸਾਡੇ ਮਾਈਂਡ ਦੇ ਵਿੱਚ ਕੁਝ ਸੋਚਿਆ ਹੁੰਦਾ ਹੈ, ਜਦੋਂ ਵੀ ਸਾਨੂੰ ਕੰਪਲੀਟ ਮਿਲ ਗਈ ਤਾਂ ਸਾਡੇ ਐਕਚੁਅਲ ਰਿਐਕਸ਼ਨਸ ਕਿੱਦਾਂ ਦੇ ਹੋਣਗੇ, ਉਹਨੂੰ ਅਸੀਂ ਇਮੋਸ਼ਨਸ ਕਹਾਂਗੇ। ਇਹਨਾਂ ਲਿਖਿਆ ਇਮੋਸ਼ਨਸ ਕੈਨ ਬੀ ਰਿਐਕਸ਼ਨ ਟੂ ਦ ਇੰਟਰਨਲ ਸਟਿਮੂਲੀ or events that occur in the environments। ਕਿਸੇ ਵੀ এনवायरमेंट ਦੇ ਵਿੱਚ ਕੋਈ ਵੀ ਘਟਨਾਵਾਂ ਜਾਂ ਕੋਈ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ, ਉਹਦੇ ਉੱਪਰ ਸਾਡੇ ਰਿਐਕਸ਼ਨਸ ਕਿਸ ਤਰ੍ਹਾਂ ਦੇ ਹੁੰਦੇ, ਅਸੀਂ ਪੋਜ਼ਿਟਿਵ ਦਿਖਾਉਂਦੇ ਹਾਂ ਰਿਐਕਸ਼ਨਸ ਜਾਂ ਨੈਗੇਟਿਵ ਦਿਖਾਉਂਦੇ ਹਾਂ, ਅਸੀਂ ਉਹਨਾਂ ਨੂੰ BBA की क्लास में ਉਹਨਾਂ ਨੂੰ ਅਸੀਂ ਇਮੋਸ਼ਨਸ ਕਹਿ ਸਕਦੇ ਹਾਂ। ਇਮੋਸ਼ਨ ਦੇ ਵਿੱਚ ਲਿਖਿਆ ਗਿਆ ਮੀਨਿੰਗ ਆਫ ਮੂਡ। ਇਮੋਸ਼ਨ ਵਰਸਸ ਮੂਡਸ। ਮੂਡਸ ਕੀ ਹੋਣਗੇ? ਮੂਡਸ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਮਾइंड ਦੇ ਰਿਐਕਸ਼ਨਸ ਹੋਣਗੇ। ਅਸੀਂ ਕਹਿ ਸਕਦੇ ਹਾਂ ਕਿ ਮੂਡਸ ਸਟੇਟ ਆਫ ਮਾइंड। ਐਕਚੁਅਲ ਮੇਰਾ ਮਾइंड ਦਿਮਾਗ ਕੀ ਸੋਚ ਕੇ ਚੱਲਦਾ ਹੈਗਾ, ਉਹਨੂੰ ਅਸੀਂ ਮੂਡ ਕਹਿ ਸਕਦੇ ਹਾਂ। ਬਹੁਤ ਸਾਰੇ ਲੋਕਾਂ ਦਾ ਮੂਡ ਕਈ ਵਾਰ ਮਾਰਨਿੰਗ ਖਰਾਬ, ਈਵਨਿੰਗ ਖਰਾਬ ਇਦਾਂ ਚੱਲਦਾ ਹੈਗਾ, ਤਾਂ ਤੁਹਾਡੇ ਜੋ ਮਾइंड ਦੇ ਵਿੱਚ ਚੱਲ ਰਿਹਾ ਹੁੰਦਾ ਉਹਨੂੰ ਅਸੀਂ ਮੂਡ ਕਹਿੰਦੇ ਹੈਗੇ ਆ। ਅਗਰ ਸਾਨੂੰ ਇਮੋਸ਼ਨਸ ਦੀ ਗੱਲ ਕਰੀ ਜਾਵੇ, ਉਹ ਹਮੇਸ਼ਾ ਸਿਚੁਏਸ਼ਨ ਬੇਸਡ ਨਿਕਲਦੇ ਆ, ਹਮੇਸ਼ਾ ਫਿਕਸ ਨਹੀਂ ਹੁੰਦੇ। ਹਰ ਇੱਕ ਬੰਦੇ ਦੇ ਇਮੋਸ਼ਨਸ, ਕੋਈ ਬੰਦਾ ਪੋਜ਼ਿਟਿਵ ਹੈ ਨੈਗੇਟਿਵ ਹੈ, ਉਹ ਹਮੇਸ਼ਾ ਸਿਚੁਏਸ਼ਨ ਬੇਸਡ ਤੇ ਨਿਕਲ ਕੇ ਆਉਣਗੇ। ਬੇਸਿਕ ਇਮੋਸ਼ਨਸ ਮੇਰੇ ਜਿਹੜੇ ਮੇਨ ਇਮੋਸ਼ਨਸ ਹਨ ਲਿਖੇ ਨੇ ਕੀ ਉਹਨਾਂ ਨੂੰ ਸਭ ਤੋਂ ਪਹਿਲਾਂ ਫੀਅਰ, ਕਿਸੇ ਪ੍ਰਕਾਰ ਦਾ ਕੋਈ ਡਰ ਜਿਹੜਾ ਹੁੰਦਾ ਹੈ ਉਹ ਇਮੋਸ਼ਨਸ ਨਹੀਂ ਹੈ, ਕਿਉਂਕਿ ਬੰਦਾ ਕਈ ਬਹੁਤ ਸਾਰੇ ਕੰਡੀਸ਼ਨ ਸੇ ਡਰ ਵੀ ਜਾਂਦਾ ਹੈਗਾ। ਉਸ ਤੋਂ ਬਾਅਦ ਐਂਗਰ, ਤੁਹਾਨੂੰ ਗੁੱਸਾ ਆ ਜਾਣਾ, ਇਹ ਵੀ ਇੱਕ ਤਰ੍ਹਾਂ ਦੇ ਇਮੋਸ਼ਨਸ ਹੀ ਹੈਗੇ। ਸੈਡਨੈਸ, ਤੁਸੀਂ ਕਿਸੇ ਚੀਜ਼ ਨੂੰ ਜਦੋਂ ਲੋਸ ਕਰ ਲੈਂਦੇ ਹੈਗਾ, ਤੁਹਾਡਾ ਕੋਈ ਲੋਸ ਹੋ ਗਿਆ ਤਾਂ ਤੁਸੀਂ ਸੈਡ ਹੋ ਜਾਂਦੇ, ਤਾਂ ਇਹ ਵੀ ਇਮੋਸ਼ਨ ਦੇ ਵਿੱਚ ਹੀ ਆਉਂਦਾ ਹੈਗਾ। ਇੰਜੋਇਮੈਂਟ, ਜਦੋਂ ਕੋਈ ਤੁਹਾਨੂੰ ਬੈਨੀਫਿਟ ਮਿਲਦਾ ਹੈਗਾ, ਤੁਸੀਂ ਕਿਸੇ ਚੀਜ਼ ਨੂੰ ਇੰਜੋਏ ਕਰਦੇ ਹੋ ਤਾਂ ਉਹ ਵੀ ਤੁਹਾਡੀ ਇਮੋਸ਼ਨਸ ਦੇ ਵਿੱਚ ਆਉਂਦਾ। ਲਵ, ਜਦੋਂ ਤੁਸੀਂ ਕਿਸੇ ਬੰਦੇ ਨੂੰ ਪਸੰਦ ਕਰਦੇ ਹੋ, ਐਕਸੈਪਟ ਕਰਦੇ ਹੋ, ਤਾਂ ਇਹ ਵੀ ਤੁਹਾਡੇ ਇਮੋਸ਼ਨਸ ਦੇ ਵਿੱਚ ਆਉਂਦਾ ਹੈਗਾ। ਡਿਸਗਸਟ ਦਾ ਮਤਲਬ ਹੋ ਗਿਆ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਲੀਵ ਕਰਦੇ ਹੋ ਜਾਂ ਫਿਰ ਪਸੰਦ ਨਹੀਂ ਕਰਦੇ ਹੈਗੇ, ਉਹਨੂੰ ਡਿਸਕਸ਼ਨ ਲੈਵਲ 'ਤੇ ਲੈ ਆਉਂਦੇ। ਸਰਪ੍ਰਾਈਜ਼, ਇਹ ਵੀ ਇੱਕ ਤਰ੍ਹਾਂ ਦੇ ਇਮੋਸ਼ਨਸ ਨੇ ਜਦੋਂ ਸਾਨੂੰ ਕੋਈ ਸਰਪ੍ਰਾਈਜ਼ ਮਿਲਦਾ। ਇੱਕ ਲਾਸਟ ਦੇ ਵਿੱਚ ਹੈਗਾ ਸ਼ੇਮ, ਜਦੋਂ ਤੁਸੀਂ ਸੈਲਫ ਕੰਟਰੋਲ ਕੋਲ ਲੈ ਕੇ ਚੱਲਦੇ ਹੋ, ਮੀਨਸ ਆਪਣੇ ਆਪ ਨੂੰ ਤੁਹਾਡਾ ਪ੍ਰੋਪਰ ਕੰਟਰੋਲ ਕਰਨੇ ਨੇ, ਇਹ ਵੀ ਤੁਹਾਡੇ ਇਮੋਸ਼ਨਸ ਦੇ ਵਿੱਚ ਆ ਜਾਂਦੇ। ਇਮੋਸ਼ਨ ਦੇ 7-8 ਪੁਆਇੰਟ ਨੇ। ਸੋਰਸ ਆਫ ਇਮੋਸ਼ਨ, ਇਮੋਸ਼ਨਸ ਕਹਿੰਦਾ ਕਿੱਥੋਂ ਜਨਰੇਟ ਹੁੰਦੇ ਨੇ? ਸਭ ਤੋਂ ਪਹਿਲਾਂ ਹੈਗੇ ਪਰਸਨੈਲਿਟੀ ਬੇਸਡ। ਅਗਰ ਤੁਹਾਡੀ ਪਰਸਨੈਲਿਟੀ ਜਿਸ ਹਿਸਾਬ ਦੀ ਹੈਗੀ ਹੈ, ਉੱਥੋਂ ਹੀ ਤੁਹਾਡੇ ਇਮੋਸ਼ਨਸ ਜਨਰੇਟ ਹੁੰਦੇ ਨੇ। ਤੁਹਾਨੂੰ ਗੁੱਸਾ ਆਊਗਾ, ਤੁਸੀਂ ਉਦਾਸ ਹੋ ਜਾਓਗੇ, ਕਿਸੇ ਨੂੰ ਪਸੰਦ ਕਰੋਗੇ ਜਾਂ ਕਿਸੇ ਨੂੰ ਪਸੰਦ ਨਹੀਂ ਕਰੋਗੇ, ਜਾਂ ਫਿਰ ਆਪਣੇ ਆਪ ਨੂੰ ਜਜਮੈਂਟ ਕਰੋਗੇ, ਇਹ ਸਾਰੇ ਤੁਹਾਡੀ ਪਰਸਨੈਲਿਟੀ ਬੇਸ ਤੇ ਹੀ ਇਮੋਸ਼ਨਸ ਨਿਕਲ ਕੇ ਆਉਂਦੇ। ਦੂਸਰਾ, ਡੇ ਆਫ ਦੀ ਵੀਕ ਐਂਡ ਟਾਈਮ ਆਫ ਦ ਡੇ। ਅਲੱਗ-ਅਲੱਗ ਟਾਈਮ, ਅਲੱਗ-ਅਲੱਗ ਦਿਨ ਦੇ ਅਕੋਰਡਿੰਗ ਵੀ ਇਮੋਸ਼ਨਸ ਜ਼ਰੂਰ ਨਿਕਲਦੇ ਹਨ। ਕੋਈ ਬੰਦਾ ਜੋਬ ਵਾਲਾ ਹੈਗਾ, ਅਗਰ ਉਹਨੂੰ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਵੇ ਤਾਂ ਇਮੋਸ਼ਨਸ ਉਹਦੇ ਹੈਪੀਨੈਸ ਵਗੈਰਾ ਹੋਣਗੇ। ਜਦੋਂ ਸੋਮਵਾਰ ਸਵੇਰੇ ਕੰਮ ਤੇ ਜਾਣਾ ਹੁੰਦਾ ਤਾਂ ਫਿਰ ਕੀ ਹੁੰਦਾ? ਫੀਅਰ, ਸੈਡਨੈਸ ਲੈਵਲ, ਜਾਂ ਫਿਰ ਅਸੀਂ ਡਿਸਟ੍ਰੈਸ ਲੈਵਲ, ਜਾਂ ਫਿਰ ਕਈ ਵਾਰ ਉਹ ਵੀ ਸਾਰੇ ਇਮੋਸ਼ਨਸ ਹੁੰਦੇ ਨੇ। ਉਸ ਤੋਂ ਬਾਅਦ ਵੈਦਰ, ਕਈ ਵਾਰ ਅਸੀਂ ਕਿਸੇ ਵੈਦਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ, ਜਿਵੇਂ ਅਸੀਂ ਕਈ ਵੀ ਸਰਦੀ ਗਰਮੀ ਸਾਨੂੰ ਪਸੰਦ ਨਹੀਂ, ਸਿਰਫ ਮੌਨਸੂਨ ਵਧੀਆ ਲੱਗਦੇ ਆ, ਤਾਂ ਉਹ ਵੈਦਰ ਦੇ ਅਕੋਰਡਿੰਗ ਵੀ ਇਮੋਸ਼ਨਸ ਨਿਕਲ ਕੇ ਆਉਂਦੇ ਹੈਗੇ। ਸਟ੍ਰੈਸ ਦੇ ਅਕੋਰਡਿੰਗ ਵੀ ਇਮੋਸ਼ਨਸ ਨਿਕਲ ਕੇ ਆਉਂਦੇ ਨੇ। ਬਹੁਤ ਸਾਰੇ ਲੋਕ ਤਾਂ ਉਹਨਾਂ ਨੇ ਪੂਰਾ ਹਫਤਾ ਕੰਮ ਕੀਤਾ, ਉਸ ਤੋਂ ਬਾਅਦ ਸਟ੍ਰੈਸ ਬਹੁਤ ਜ਼ਿਆਦਾ ਹੈਗਾ, ਉਸ ਸਟ੍ਰੈਸ ਨੂੰ ਦੂਰ ਕਿੱਦਾਂ ਕਰਨਾ ਹੈ, ਇਮੋਸ਼ਨਸ ਨਿਕਲ ਕੇ ਆਉਣਗੇ। ਕਿਤੇ ਘੁੰਮਣ ਚਲੇ ਜਾਣਾ ਜਾਂ ਕਿਤੇ ਇੰਜੋਇਮੈਂਟ ਨਾਲ ਕੋਈ ਗੇਮ ਖੇਲਣ ਚੱਲਣਾ, ਤਾਂ ਉਹ ਸਾਰੇ ਇਮੋਸ਼ਨਸ ਦੇ ਵਿੱਚ ਆ ਜਾਂਦੇ। ਉਸ ਤੋਂ ਬਾਅਦ ਸੋਸ਼ਲ ਐਕਟੀਵਿਟੀਜ਼, ਬਹੁਤ ਸਾਰੇ ਬੰਦੇ ਬਹੁਤ ਪ੍ਰਕਾਰ ਦੀਆਂ ਸੋਸ਼ਲ ਐਕਟੀਵਿਟੀਜ਼ ਕਰਦੇ ਹੈਗੇ ਨੇ। ਐਗਜ਼ਾਮਪਲ ਕਰਾਂ, ਪੂਰੇ ਹਫਤੇ ਦੇ ਜਿਵੇਂ ਬਹੁਤ ਸਾਰੀ ਕੰਪਨੀਆਂ ਜਿਹੜੀਆਂ ਅੱਛੀ ਕੰਪਨੀਆਂ ਲਾਈਵ 1 ਵੀਕ ਖਤਮ ਹੋਊਗਾ, ਲਾਸਟ ਸੈਟਰਡੇ ਜਾਂ ਸੰਡੇ ਦੇ ਵਿੱਚ ਕੁਛ ਨਾ ਕੁਛ ਉਹਨਾਂ ਨੇ ਪਾਰਟੀਜ਼ ਰੱਖੀਆਂ ਹੁੰਦੀਆਂ ਨੇ, ਜਾਂ ਫਿਰ ਕੁਛ ਨਾ ਕੁਛ ਟ੍ਰਿਕਸ ਰੱਖੇ ਹੁੰਦੇ, ਕੋਈ ਨਾ ਕੋਈ ਗੇਮ ਰੱਖੀ ਹੁੰਦੀ ਉਹਨਾਂ ਨੂੰ ਖੇਡਣ ਲਈ। ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ, ਇਹ ਵੀ ਇਮੋਸ਼ਨ ਬੇਸ ਤੇ ਕ੍ਰੀਏਟ ਹੁੰਦੀਆਂ। ਬਹੁਤ ਸਾਰੇ ਲੋਕ ਉਹਨਾਂ ਨੇ ਵੀ ਪੂਰੇ ਹਫਤੇ ਕੰਮ ਕੀਤਾ, ਲਾਸਟ ਜਿਵੇਂ ਸੰਡੇ ਆਇਆ ਕਿਤੇ ਫੈਮਿਲੀ ਨਾਲ ਘੁੰਮਣ ਜਾਣਾ ਹੈਗਾ, ਜਾਂ ਅਦਰਵਾਈਜ਼ ਇਕੱਲਾ ਹੀ ਕਿਤੇ ਫਰੈਂਡਸ ਨਾਲ ਘੁੰਮਣ ਜਾਣਾ ਹੈਗਾ, ਤਾਂ ਇਹ ਵੀ ਸਾਰੇ ਇਮੋਸ਼ਨਸ ਜਨਰੇਟ ਹੀ ਹੁੰਦੇ।
स्लीप बहुत सारे लोग ਜਿਹੜੇ ਕਹਿੰਦੇ ਸੌਣਾ ਪਸੰਦ ਕਰਦੇ ਨੇ मैं ਇਹ संडे ਵੀ को सोना ਇਮੋਸ਼ਨ पसंद करती हूँ। ਤਾਂ ਜਿਹੜੇ ਪਰਸਨਸ के अंदर भी अपनी ਕੁਆਲਿਟੀ ਨੂੰ ਇਹਦਾ ਲੱਗਦਾ ਕਿ ਲੈਸ ਐਂਡ ਪੂਅਰ ਕੁਆਲਿਟੀ ਪੁੱਟਸ ਇਨ ਦ ਬੈਡ ਮੂਡਸ ਜਦੋਂ ਤੁਹਾਨੂੰ ਇਹਦਾ ਲੱਗਦਾ ਤੁਹਾਡਾ ਮੂਡ ਸਭ ਤੋਂ ਜ਼ਿਆਦਾ ਖਰਾਬ ਹੈਗੇ ਹੈ ਤਾਂ ਤੁਸੀਂ ਸਭ ਤੋਂ ਜ਼ਿਆਦਾ ਸੌਣਾ ਪਸੰਦ ਕਰਦੇ ਹੋ ਇਹ ਵੀ ਇਮੋਸ਼ਨਸ ਹੁੰਦੇ ਨੇ ਕਈ ਵਾਰ ਇਦਾਂ ਹੁੰਦਾ ਨਾ कि कि मेरा मूड इतना हमेशा ज्यादा रहता है, खराब मैं है बहुत सोती हूँ। दिन में 10 घंटे सोने के बाद मैं रात को फिर से सो जाती हूँ। पता नहीं कैसे मुझे सोना हद से ज्यादा पसंद है। अरे इसलिए मैं सोचती काम की वजह से मैं अगर 4 छुट्टियां पड़ रही है ना, संडे मंडे ट्यूसडे वेडनेसडे ये 4 दिन मेरे चलिए इमोशन के बाद हमारे पास आता है व्हाट इज द इमोशनल लेबर। इमोशनल लेबर क्या होती है? जो सिचुएशन के अकाउंट में किस तरह से रिएक्शन करते हैं उसको इमोशनल लेबर बोलते हैं। इमोशनल लेबर की सिचुएशन वेयर द एम्प्लॉय एक्सप्रेस एक्सप्रेशन डिजायर्ड इमोशंस ड्यूरिंग द इंटरपर्सनल ट्रांजिशन एट वर्क। जब कंपनी में उनसे कोई काम करवाया जाता है तो कोई भी लेबर कैसे रिएक्शन करेगी उसको बोलते हैं इमोशनल लेबर। बहुत सारी लेबर ऐसी होती है कि स्माइलिंग फेस पर काम करती है, बहुत सारी लेबर ऐसी होती है स्ट्रेस से काम करती है, बहुत सारे लेबर होते हैं जिनको भी डिस्गस्टिंग काम लगता है कि ये काम मुझे करना ही नहीं है, मुझे कोई और जॉब करनी है। बहुत सारे इमोशंस कंपनी में निकल के आती हैं। उसमें आज बात आता है इमोशन डिसोनेंस। इमोशन डिसोनेंस का मीनिंग लिखा है इमेजिन यू आर प्रोजेक्ट इमोशंस दैट यू आर फीलिंग व्हाइल वर्किंग कैन यू हैंडल और मैनेज। कई बार ऐसा कंडीशंस आती हैं अभी कंपनी में इमोशंस में तुम कोई प्रोजेक्ट को हैंडल कर रहे हो, तुम्हें ऐसा लगता है कि तुम इसको हैंडल कर भी पाओगे या मैनेज कर पाओगे या नहीं कर पाओगे। ये इमोशन के डिसोनेंस है। इमोशंस में ऐसा कभी नहीं होता, इमोशन हमेशा पॉजिटिव वाले आएंगे, नेगेटिव वाले भी आ सकते हैं माइंड में। कई बार मुझे काम करना स्टडी, जैसे मैं एग्जाम्पल बोलूँगी, आपने +2 की, उसके बाद स्टडी जब सेलेक्ट करनी थी आपने तो आपने देखा भी मैं किस लेवल में जाऊँगा, फिर आपने सोचा कि MBA करनी है या नहीं करनी है, MBA करूँ M.Com करूँ, अगर MBA करूँ तो किस फील्ड में कंप्लीट करूँ। ये आपके इमोशन डिसोनेंस है क्योंकि आप इस चीज़ को कर पाओगे, उसको हैंडल कर पाओगे या नहीं कर पाओगे, इस तरह की चीज़ें आती हैं। केवल घबराहट, हाथ से पसीने भी छूटने लगते हैं। उसके बाद हमारे पास आते हैं इमोशन इंटेलिजेंस। इमोशन इंटेलिजेंस का मतलब है जब बंदा अपने इमोशंस को खुद अपनी एबिलिटी बेस पे हैंडल कर लेता है। जब कोई कंडीशंस आएगी तो उसको लगता है कि ऐसी प्रॉब्लम्स में अपने आप को खुद भी कंडीशन में अपने आप को सेटअप कर लेगा। मान लो आप लोगों को, बहुत सारे लोग ऐसे होते हैं भी कहीं पर कोई कंडीशन में पहले ही डर जाते हैं, जब कोई ऐसी प्रॉब्लम्स हो जाए तो उनको रोना आ जाता है, तो ये अपने आप को होता है इमोशंस की इंटेलिजेंसी। बहुत लोग ऐसी सिचुएशन में अपने आप को संभाल के रखते हैं, पता है कि ऐसा माहौल बना हुआ है डर वाला या फिर रोने वाला माहौल बना हुआ है, तो वहाँ पर अपने को रिप्रेजेंट नहीं करते अपनी तरफ से, मीन्स दूसरे लोगों को संभालते हैं। तो इमोशंस इंटेलिजेंस वहाँ पर निकल के जरूर आती है। इमोशन इंटेलिजेंस की जब भी बात करेंगे तो उसमें कहता है आपकी सबसे पहले कॉन्शियसनेस जरूर होनी चाहिए। कॉन्शियसनेस मीन्स अपने आप को आप खुद दिखा सकेंगे आपके इमोशंस क्या हैं। दूसरा कोग्निटिव, आप दूसरों के इमोशन को समझ भी सकें, और इमोशन में स्टेबिलिटी, आप हमेशा अपने इमोशंस को रेगुलेट करना चाहिए। अब मैंने एग्जांपल बोला कि आपने बोला कि इस कंडीशन में आपको रोना नहीं है, जो लोग रो भी रहे हैं उनको चुप भी करवा लें, तो वो स्टेबिलिटी लेवल भी आप में होनी चाहिए, तभी इमोशन में इंटेलिजेंसेस निकल के आती है। कंपनी में मोस्टली इन चीज़ों को देखा जाता है कि बाई द वे आपकी जो आप कई बार पूछते हैं आपकी वीकनेस क्या है, स्ट्रेंथ क्या है, हम बोलते हैं काम में हमारी ये वीकनेस है कि जब कोई टिपिकल वर्क या फिर बहुत सारे लोग हमें पसंद करते हैं तो हम काम नहीं कर पाते, तो वो पूछते हैं कि इसमें इंटेलिजेंसी लेवल कैसे लेके आते हो आप लोग, अगर ले आते हो तो आपकी स्ट्रेंथ है तो उसमें इंटेलिजेंसी कैसे दिखाते हो। बहुत कुछ कंडीशन ऐसे पूछ लेते हैं क्वेश्चन में जिसको हमें दिखाना होता है। फिर हमारे पास आता है कि इमोशनल क्विटनेंट। क्विटनेंट का मतलब होता है कि जब हमें ऐसा लगता है कि अपने बेस पे, अपने आइडिया बेस पे हमें लगता है कि एक से ज्यादा चीजें हम एक टाइम पे कर सकते हैं, उसको हम बोलते हैं क्विटनेंट। कई बार ऐसा क्लैरिटी नहीं होती, डिफरेंस बहुत सारे होते हैं, हम क्लियर नहीं होता है किस दिशा में हमने जाना है। मुझे बोला जाए कि आप लोगों ने पटियाला, सॉरी मैं एग्जाम्पल बोलूँगी, आप लोगों ने इधर कोई किसी गाँव की तरफ जाना है, बहुत सारे रास्ते हैं, बहुत सारे डिफरेंसेज हैं, हम क्लैरिटी लेवल में नहीं आते कहाँ से जाएं, किस तरीके से जाएं, तो बहुत सारी कंडीशंस आ जाती हैं। वहाँ पे इमोशंस को डिस्क्राइब करना मुश्किल है। मैं बोलूँगी आपको उत्तराखंडी जाना है, बहुत सारे वेज हैं, बाइक से जा सकते हो आप लोग, कार से जा सकते हो, बस से जा सकते हो, एयर से भी जा सकते हो, जहाज से भी जा सकते हो। वहाँ पर इमोशंस हमारे कैसे हैं, क्योंकि हमारे पास कैपेबिलिटी सारी हैं, क्विटनेंस कैसे लेके आएंगे, वो किस चीज़ को ऐसे सिलेक्ट करेंगे। फिर हमारे पास आते हैं एप्लीकेशन ऑफ इमोशन इंटेलिजेंस टू ऑर्गेनाइजेशन बिहेवियर। जो हमारे इमोशन इंटेलिजेंस होते हैं, अपने इमोशंस को जो हम सेटअप करके चलते हैं, कंपनी में कैसे बिहेवियर में सेटअप करते हैं, क्योंकि कंपनी का अपना बिहेवियर तो सबसे पहले सिलेक्शन। जब भी किसी कंपनी में सिलेक्शन होगी, मीन्स किसी एम्प्लॉय को सिलेक्ट किया जाएगा, तो वहाँ पे इमोशन इंटेलिजेंस का होना जरूरी है।
अभी कैसे एग्जांपल हो तो मान लो किसी इंटरव्यू में देख आप बहुत ही ज्यादा ऐसे बोल सकता हूँ भी हंसने वाले पर्सन हो, जैसे आपको एक जगह पे बैठ आराम से बैठने की आदत ही नहीं। बहुत सारे लोगों के इमोशंस होते हैं, जैसे उसने बैठते बैठे इधर उधर देखते रहना है या फिर कुछ ना कुछ बंदे को तंग करते रहना। बहुत सारे ऐसे पर्सन होते हैं। अगर किसी कंपनी में सिलेक्शन पे गए तो वहाँ पे इमोशनल इंटेलिजेंस अप्लाई करने जरूरी होते हैं, क्योंकि नहीं अपने हमारे इमोशंस हैं कि हम लोग बैठ नहीं सकते एग्जाम में, तो वहाँ पे कैसे रिप्रेजेंट करेंगे। सामने वाला बंदा इंटरव्यू दे रहा है, आप लोग उसको देख देख के हंसे जा रहे हो तो वहाँ पे प्रॉब्लम्स आ सकते हैं। तो ये कंपनी में इंटेलिजेंस लेवल जरूर होना चाहिए कि आप फर्स्ट टाइम में देखती कोई कहता नहीं है कि मतलब ये ऐसी होगी। उसके बाद बैठी रहती हूँ। डिसीजन मेकिंग, अगर कंपनी के बिहेवियर में आपको कोई डिसीजन लेने हैं तो अपने इमोशंस के ऊपर इंटेलिजेंस लेना जरूरी है। बहुत सारे लोग अभी ऐसे भी होते हैं भीड़ में सबसे ज्यादा हल्ला मचाने वाले, जहाँ पर गैदरिंग स्टार्ट होगी वहाँ पे क्या हो गया और ज्यादा शोर मचाएंगे, सब लोगों को अपने साथ मिला लेना। तो वहाँ पे कंडीशन होते हैं कंपनी में डिसीजन लेने की प्रॉब्लम है, तो वहाँ पे आप अपनी इंटेलिजेंस कैसे दिखाओगे, आप अपने इमोशंस को साइड में रख के। उसके बाद क्रिएटिविटी, अगर कंपनी में आपने नया कुछ करना है तो आप कैसे करके दिखाओगे अपने इमोशंस बेस पे। कई बार लोग इतने भी कुछ क्रिएटिविटी करने हैं तो लोग डर जाते हैं, कई बार सैडनेस भी आ जाती है कि मैं ये काम क्यों नहीं कर पा रहा, लेकिन वहाँ पे इंटेलिजेंस लेवल कैसे दिखाते हैं। उसके बाद लीडरशिप, आपको कंपनी में लीडर बनाया जाए या लीडर्स बनाकर आपको छोड़ जाएगी लीड आपने करना है पूरे ग्रुप को, तो अपने इमोशंस को कैसे कंट्रोल करेंगे। मैंने बोला किसी बंदे को गुस्सा बहुत आता है, क्योंकि जब किसी ग्रुप में बात करेंगे तो ग्रुप में सभी पर्सन एक जैसे तो नहीं होंगी, कुछ पर्सन आपकी बात मानेंगे, कुछ नहीं भी मानेंगे, कुछ मानेंगे तो आधी बजाती मानेंगे। तो वहाँ पे आप लोग अपने इमोशंस को कैसे कंट्रोल करके चलते हैं। जो लोग नहीं मानेंगे उन पे गुस्सा आता है तो फिर क्या करेंगे। वो आपको इंटेलिजेंस ही दिखानी है ना, आप लोग अपने आप को कैसे रिप्रेजेंट करोगे, अपनी बात कैसे मनवाओगे। तो ये कंपनी में और उसमें बिहेवियर में ये चीजें अप्लाई भी होती हैं। आज के लिए इतना ही बहुत है, बाकी चीजें काफी लंबा टॉपिक है, इमोशंस अभी चल रहे हैं, उसके बाद मोटिवेशन लेवल भी आपका आना है।